ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਪਰਮ ਸਨਮਾਨਯੋਗ ਵਾਲੀਏ ਦੋ ਜਹਾਨ ਚਬਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਧਿਆ ਸਮੇਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਅੱਜ ਦੇ ਜੋ ਇਹ ਵਿਸ਼ੇਸ਼ ਸਮਾਗਮ ਹਨ, ਗੁਰੂ ਤੇਗ ਬਹਾਦਰ ਕਲਗੀਧਰ ਪੰਚਾਇਤੀ ਸੇਵਕ ਜਥਾ ਮੁੰਬਈ ਅਤੇ ਜਾਪ ਲਾਈਵ ਚੈਨਲ ਵੱਲੋਂ ਇਹ 3 ਦਿਨਾਂ ਸਮਾਗਮ ਉਲੀਕੇ ਗਏ ਹਨ। ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਦੇ ਇਸ ਪਾਵਨ ਅਸਥਾਨ ਤੇ ਆਪ ਜੀ ਨੇ ਹਾਜ਼ਰੀਆਂ ਭਰੀਆਂ ਹਨ ਅਤੇ ਵੱਖੋ ਵੱਖ ਚੈਨਲਾਂ, YouTube ਚੈਨਲ, TV ਚੈਨਲ ਤੋਂ ਆਪ ਜੀ ਘਰਾਂ ਦੇ ਵਿੱਚ ਬੈਠੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਜਿੱਥੇ ਗੁਰਬਾਣੀ ਦੇ ਆਪ ਜੀ ਨੇ ਪਾਠ ਸਰਵਣ ਕੀਤੇ ਹਨ, ਆਓ ਆਪਾਂ ਕੁਝ ਕੁ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਹੈ। ਅੱਜ ਕਿਉਂਕਿ ਉਹ ਮਹਾਨ ਭਗਤ ਜਨ, ਸੰਤ ਜਨ, ਮਹਾਂਪੁਰਖ ਭਗਤ ਧੰਨਾ ਜੀ, ਜਿਨ੍ਹਾਂ ਦਾ ਅੱਜ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਹੈ, ਆਓ ਉਹਨਾਂ ਮਹਾਂਪੁਰਖਾਂ ਨੂੰ ਆਪਾਂ ਯਾਦ ਕਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤ ਬਾਣੀ ਦਾ ਆਪਾਂ ਓਟ ਆਸਰਾ ਲੈ ਕੇ ਜੋ ਭਗਤ ਧੰਨਾ ਜੀ ਦੇ 3 ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਦਰਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤੇ ਹਨ, ਉਹਨਾਂ ਸ਼ਬਦਾਂ ਦੀ ਵਿਚਾਰ ਅਤੇ ਉਹਨਾਂ ਮਹਾਂਪੁਰਖਾਂ ਦੇ
ਜੋ ਸਾਨੂੰ ਸਾਡੇ ਤੇ ਉਪਕਾਰ ਹਨ, ਜੋ ਪਰ ਉਪਕਾਰ ਉਹਨਾਂ ਨੇ ਕੀਤੇ, ਜਿਸ ਤਰ੍ਹਾਂ ਆਪ ਜੀ ਨੇ ਸਰਵਣ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਧੰਨ 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 ਜਨ ਆਇਆ। 3 ਵਾਰੀ ਧੰਨ ਆਖਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। 3 ਵਾਰ ਧੰਨ ਕਹਿਣ ਤੋਂ ਭਾਵ ਕੀ, ਜਿਹੜਾ ਮਨੁੱਖ ਅੱਜ ਧੰਨ ਹੈ ਉਹ ਪਹਿਲਾਂ ਵੀ ਧੰਨ ਸੀ, ਅੱਜ ਵੀ ਧਨਤਾ ਯੋਗ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਧੰਨ ਹੀ ਹੋਏਗਾ। ਐਸਾ ਮਨੁੱਖ ਜਿਹੜਾ ਸੰਸਾਰ ਤੇ ਆ ਕੇ ਉਸਨੇ ਕੀ ਐਸਾ ਕਰਮ ਕੀਤਾ, ਕੀ ਸੰਸਾਰ ਨੂੰ ਉਸ ਦੀ ਦੇਣ ਹੋਈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਵਾਸਤੇ 3 ਵਾਰੀ ਧੰਨ ਸ਼ਬਦ ਵਰਤਦੇ ਹਨ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਿਸ ਦੀ ਕਿਰਪਾ ਦੇ ਨਾਲ, ਜਿਸ ਦੀ ਮਿਹਰ ਦੇ ਨਾਲ ਸਾਰਾ ਸੰਸਾਰ ਹੀ ਤਰ ਗਿਆ, ਧੰਨ ਹੋ ਗਿਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਕੀ ਉਹਨਾਂ ਦਾ ਮਨੋਰਥ ਹੁੰਦਾ ਹੈ ਸੰਸਾਰ ਦੇ ਵਿੱਚ ਆਉਣ ਦਾ? ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਜਨਮ ਮਰਨ ਦੋਹੂ ਮੈਂ ਨਾਹੀ। ਐਸੇ ਜਿਹੜੇ ਮਹਾਂਪੁਰਖ ਹੁੰਦੇ ਹਨ, ਰੱਬ ਰਤੜੀਆਂ ਰੂਹਾਂ ਹੁੰਦੀਆਂ ਹਨ, ਐਸੇ ਜਿਹੜੇ ਸੰਤ ਜਨ, ਭਗਤ ਜਨ, ਭਗਤ ਧੰਨਾ ਜੀ ਵਰਗੇ ਮਹਾਂਪੁਰਖ, ਉਹ ਜਨਮ ਤੇ ਮਰਨ ਤੋਂ ਅਸਲ ਵਿੱਚ ਰਹਿਤ ਹੁੰਦੇ ਹਨ। ਉਹਨਾਂ ਦੇ ਆਉਣ ਦਾ ਕੋਈ ਹੋਰ ਪ੍ਰਯੋਜਨ ਨਹੀਂ, ਕੋਈ ਹੋਰ ਮਕਸਦ ਨਹੀਂ। ਉਹਨਾਂ ਦੇ ਆਉਣ ਦਾ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਜਿਹੜੇ ਸੰਸਾਰ ਦੇ ਅੰਦਰ ਜੀਵ ਭੁੱਲੇ ਭਟਕੇ ਹਨ, ਉਸ ਵਾਹਿਗੁਰੂ ਜੀ ਦੇ ਨਾਲੋਂ ਵਿਛੜੇ ਹਨ, ਇਹਨਾਂ ਵਿਛੜਿਆਂ ਹੋਇਆਂ ਨੂੰ ਉਸ ਵਾਹਿਗੁਰੂ ਜੀ ਦੇ ਨਾਲ ਮਿਲਾ ਦੇਣਾ, ਇਹ ਹੁੰਦਾ ਹੈ ਉਹਨਾਂ ਦਾ ਮਕਸਦ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ, ਆਪ ਉਹ ਬੰਧਨਾਂ ਤੋਂ ਮੁਕਤ ਹੁੰਦੇ ਹਨ, ਆਪ ਉਹ ਮਾਇਆ ਦੇ ਮੋਹ ਤੋਂ ਮੁਕਤ ਹੁੰਦੇ ਹਨ। ਮੁਕਤ ਕਰੈ ਸੰਸਾਰ, ਸੰਸਾਰ ਦੇ ਜਿਹੜੇ ਜੀਵ ਉਹਨਾਂ ਦੇ ਨਾਲ ਜੁੜ ਜਾਣ, ਉਹਨਾਂ ਦੀ ਸੰਗਤ ਦੇ ਵਿੱਚ ਜੁੜ ਜਾਣ, ਉਹ ਵੀ ਮੁਕਤ ਹੋ ਜਾਂਦੇ ਹਨ। ਮੁਕਤ ਕਰੈ ਸੰਸਾਰ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਾਡੀ ਹਮੇਸ਼ਾ ਹੀ ਇਹੋ ਜੇ ਰੱਬ ਦੇ ਪਿਆਰੇ ਦੇ ਚਰਨਾਂ 'ਚ ਨਮਸਕਾਰ ਹੈ। ਸੋ ਅੱਜ ਭਗਤ ਧੰਨਾ ਜੀ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਹੈ, ਆਓ ਉਹਨਾਂ ਦੇ ਪਾਵਨ ਜੀਵਨ, ਪਾਵਨ ਉਹਨਾਂ ਦੀ ਅੰਮ੍ਰਿਤ ਬਾਣੀ ਦੇ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰੂ ਚਰਨਾਂ ਵਿੱਚ ਸੁਭਾਏਮਾਨ ਹੋ ਜਾਂ ਘਰਾਂ ਦੇ ਵਿੱਚ ਬੈਠੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ, ਰਸਨਾ ਨੂੰ ਕਰੋ ਪਵਿੱਤਰ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਧੰਨਾ ਜੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 3 ਸ਼ਬਦ ਦਰਜ ਹਨ। 2 ਸ਼ਬਦ ਭਗਤ ਧੰਨਾ ਜੀ ਦੇ ਆਸਾ ਰਾਗ ਦੇ ਵਿੱਚ ਹਨ, 1 ਸ਼ਬਦ ਧਨਾਸਰੀ ਰਾਗ ਦੇ ਵਿੱਚ ਭਗਤ ਧੰਨਾ ਜੀ ਦਾ ਦਰਜ ਹੈ। ਕਈ ਵਿਦਵਾਨ, ਕਈ ਸੱਜਣ ਕਹਿੰਦੇ ਹਨ ਕਿ ਭਗਤ ਧੰਨਾ ਜੀ ਦੇ 4 ਸ਼ਬਦ ਹਨ, ਪਰ ਜਿਹੜੇ ਚੌਥੇ ਸ਼ਬਦ ਦਾ ਉਹ ਜ਼ਿਕਰ ਕਰਦੇ ਹਨ, ਅਸਲ ਦੇ ਵਿੱਚ ਉਸ ਦਾ ਸਿਰਲੇਖ ਹੀ ਸਾਨੂੰ ਇਹ ਦੱਸ ਦਿੰਦਾ ਹੈ ਕਿ ਉਹ ਭਗਤ ਧੰਨਾ ਜੀ ਦਾ ਆਪਣਾ ਸ਼ਬਦ ਨਹੀਂ, ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਜਦੋਂ ਆਪਾਂ ਆਸਾ ਰਾਗ ਦੀ ਭਗਤ ਬਾਣੀ ਪੜ੍ਹਦੇ ਹਾਂ, ਸਭ ਤੋਂ ਪਹਿਲਾਂ ਭਗਤ ਕਬੀਰ ਜੀ ਦੀ ਅੰਮ੍ਰਿਤ ਬਾਣੀ, ਉਹਨਾਂ ਤੋਂ ਬਾਅਦ ਭਗਤ ਨਾਮਦੇਵ ਜੀ ਦੀ ਅੰਮ੍ਰਿਤ ਬਾਣੀ, ਉਹਨਾਂ ਦੇ ਸ਼ਬਦ, ਉਹਨਾਂ ਤੋਂ ਬਾਅਦ ਭਗਤ ਰਵਿਦਾਸ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਉਹਨਾਂ ਦੇ ਸ਼ਬਦ, ਤੇ ਬਾਅਦ ਵਿੱਚ ਭਗਤ ਧੰਨਾ ਜੀ ਦੇ ਪਾਵਨ ਸ਼ਬਦ ਆਉਂਦੇ ਹਨ। ਪਹਿਲਾ ਸ਼ਬਦ ਭਗਤ ਧੰਨਾ ਜੀ ਦਾ
ਕਿ ਭਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਇਹ ਪਹਿਲਾ ਸ਼ਬਦ ਹੈ। ਇਸ ਤੋਂ ਅਗਲਾ ਸ਼ਬਦ ਭਗਤ ਧੰਨਾ ਜੀ ਦਾ, ਰੇ ਚਿਤ ਚੇਤ ਚੇਤਸ ਦੀਨ ਦਿਆਲ। ਇਹ ਸ਼ਬਦ ਭਗਤ ਧੰਨਾ ਜੀ ਦਾ ਬਾਅਦ ਵਾਲਾ। ਇਹਨਾਂ ਦੇ ਵਿਚਕਾਰ ਦੋਨਾਂ ਸ਼ਬਦਾਂ ਦੇ ਇੱਕ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ, ਜਿਸ ਦਾ ਸਿਰਲੇਖ ਹੈ ਮਹੱਲਾ ਪੰਜਵਾਂ। ਵੈਸੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਜਦੋਂ ਪੜ੍ਹਦੇ ਹਨ, ਜਿਹੜੇ ਜਾਣਕਾਰ ਹਨ ਉਹਨਾਂ ਨੂੰ ਪਤਾ ਹੋਏਗਾ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਉਹਨਾਂ ਤੋਂ ਬਾਅਦ ਮਹੱਲਾ ਦੂਜਾ, ਜੇ ਉਹਨਾਂ ਦੇ ਸ਼ਲੋਕ ਆ ਗਏ। ਉਹ ਅਕਸਰ ਆਪਾਂ ਦੇਖਾਂਗੇ ਵਾਰਾਂ ਦੇ ਵਿੱਚ ਆਉਣਗੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸ਼ਲੋਕ। ਉਹਨਾਂ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਜੀ ਦੀ ਬਾਣੀ, ਚੌਥੇ ਪਾਤਸ਼ਾਹ ਜੀ ਦੀ, ਪੰਜਵੇਂ ਪਾਤਸ਼ਾਹ ਜੀ ਦੀ, ਫਿਰ ਨੌਵੇਂ ਪਾਤਸ਼ਾਹ ਦੀ, ਫਿਰ ਭਗਤ ਜਨਾਂ ਦੀ ਅੰਮ੍ਰਿਤ ਬਾਣੀ ਆਰੰਭ ਹੁੰਦੀ ਹੈ। ਇੱਕ ਤਰਤੀਬ ਹੈ ਗੁਰਬਾਣੀ ਦੀ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੀ ਤਰਤੀਬ ਦੇ ਨਾਲ ਗੁਰਬਾਣੀ ਲਿਖੀ ਹੈ। ਪਰ ਜਦੋਂ ਜਿਸ ਵਕਤ ਆਪਾਂ ਆਸਾ ਰਾਗ ਦੀ ਅੰਮ੍ਰਿਤ ਬਾਣੀ ਪੜ੍ਹਦੇ ਹਾਂ, ਉਥੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਤਰਤੀਬ ਨੂੰ ਵੀ ਪਿੱਛੇ ਛੱਡਦੇ ਹੋਏ ਭਗਤ ਬਾਣੀ ਦੇ ਵਿੱਚ ਭਗਤ ਧੰਨਾ ਜੀ ਦੇ ਦੋਨਾਂ ਸ਼ਬਦਾਂ ਦੇ ਬਿਲਕੁਲ ਸੈਂਟਰ ਦੇ ਵਿੱਚ ਵਿਚਕਾਰ ਇੱਕ ਆਪਣਾ ਸ਼ਬਦ ਦਰਜ ਕਰਦੇ ਹਨ ਤੇ ਉੱਪਰ ਸਿਰਲੇਖ ਵੀ ਦਿੰਦੇ ਹਨ, ਮਹੱਲਾ ਪੰਜਵਾਂ। ਜਿਸ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਇਹ ਦੱਸਦੇ ਹਨ ਕਿ ਭਗਤ ਧੰਨਾ ਜੀ ਨੂੰ ਰੱਬ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਈ। ਵੈਸੇ ਆਪਾਂ ਕਈ ਵਾਰੀ ਇਹ ਸੁਣਦੇ ਹਾਂ, ਜਿਹੜੇ ਸੱਜਣ ਸਾਡੇ ਵਿਚਾਰਵਾਨ ਵਿਚਾਰ ਕਰਦੇ ਹਨ, ਭਾਈ ਗੁਰਦਾਸ ਸਾਹਿਬ ਜੀ ਦੀ ਉਸ ਪੌੜੀ ਨੂੰ ਮੁੱਖ ਰੱਖ ਕੇ, ਜਿਸ ਅੰਦਰ ਉਹ ਦੱਸਦੇ ਹਨ ਕਿ ਬਾਹਮਣ ਪੂਜੈ ਦੇਵਤੇ, ਧੰਨਾ ਗਊ ਚਰਾਵਣ ਜਾਵੇ। ਤੇ ਇਸ ਨੂੰ ਆਧਾਰ ਬਣਾ ਕੇ ਜਦੋਂ ਉਹ ਪੂਰੀ ਵਿਆਖਿਆ ਕਰਦੇ ਹਨ ਤੇ ਉਸ ਦੇ ਵਿੱਚ ਇਉਂ ਪ੍ਰਤੀਤ ਹੁੰਦਾ ਹੈ ਵੀ ਜਿਸ ਤਰ੍ਹਾਂ ਪੱਥਰ ਦੇ ਵਿੱਚ ਪੱਥਰ ਦੀ ਪੂਜਾ ਕੀਤੀ ਭਗਤ ਜੀ ਨੇ ਤੇ ਪੱਥਰ ਦੇ ਵਿੱਚੋਂ ਹੀ ਰੱਬ ਨੂੰ ਪਾਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਇਹ ਸਾਨੂੰ ਸਮਝਾਉਂਦੇ ਹਨ ਕਿ ਭਗਤ ਧੰਨਾ ਜੀ ਨੂੰ ਕਿਸ ਤਰ੍ਹਾਂ ਰੱਬ ਦੀ ਪ੍ਰਾਪਤੀ ਹੋਈ ਤੇ ਇਹ ਇਨਸਾਨ ਤੂੰ ਵੀ ਕਿਸ ਤਰ੍ਹਾਂ ਪ੍ਰਾਪਤੀ ਕਰ ਸਕਦਾ ਹੈ। ਉਹ ਪਾਵਨ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਜਿਸ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਪਹਿਲਾਂ ਬਾਕੀ ਭਗਤਾਂ, ਚਾਰ ਭਗਤਾਂ ਦਾ ਪ੍ਰਮਾਣ ਦੇ ਕੇ ਬਾਅਦ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਇਹ ਬਿਧ ਸੁਣ ਕੇ ਜਾਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਇੱਥੋਂ ਇਹ ਚੀਜ਼ ਨੋਟ ਕਰਨ ਵਾਲੀ ਹੈ, ਸਤਿਗੁਰੂ ਜੀ ਕਹਿੰਦੇ ਨੇ ਇਹ ਬਿਧ ਸੁਣ ਕੇ ਜਾਟਰੋ। ਕਈ ਵਾਰੀ ਆਪਾਂ ਕਹਿੰਦੇ ਆ ਵੀ ਕੀ ਲੋੜ ਗੁਰਬਾਣੀ ਦੀ ਇਕੱਲੀ ਵਿਆਖਿਆ ਕਰੋ, ਕੀ ਲੋੜ ਹੈ ਇਤਿਹਾਸ ਨੂੰ ਬੋਲਣ ਦੀ ਜਾਂ ਕੋਈ ਹੋਰ ਗੱਲ ਕਰਨ ਦੀ। ਪਰ ਜੇ ਆਪਾਂ ਉਹਨਾਂ ਮਹਾਂਪੁਰਖਾਂ ਦੇ ਜੀਵਨ ਨੂੰ ਵਿਚਾਰਾਂਗੇ ਨਾ, ਉਹਨਾਂ ਦੇ ਬਚਨਾਂ ਦੀ ਵਿਚਾਰ ਕਰਾਂਗੇ ਤੇ ਸਾਨੂੰ ਵੀ ਬਹੁਤ ਕੁਝ ਪ੍ਰਾਪਤ ਹੋਣ ਵਾਲਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਸੁਣ ਕੇ ਦੇਖ ਤਾਂ ਸਹੀ। ਜੇ ਭਗਤ ਧੰਨਾ ਜੀ ਨੇ ਉਹਨਾਂ ਮਹਾਂਪੁਰਖਾਂ ਦੀ ਉਸਤਤ ਨੂੰ ਸੁਣਿਆ, ਉਹਨਾਂ ਦੇ ਬੋਲਾਂ ਨੂੰ ਸੁਣਿਆ ਤੇ ਭਗਤ ਧੰਨਾ ਜੀ ਨੂੰ ਪ੍ਰਤੱਖ ਰੂਪ ਦੇ ਵਿੱਚ ਪਰਮਾਤਮਾ ਪ੍ਰਾਪਤ ਹੋ ਗਿਆ, ਕਿਉਂਕਿ ਉਹਨਾਂ ਨੂੰ ਹਰ ਇੱਕ ਜੀਵ ਦੇ ਵਿੱਚੋਂ ਪਰਮਾਤਮਾ ਦਿਸਣ ਲੱਗ ਪਿਆ। ਐਸੀ ਕੋਈ ਥਾਂ ਹੀ ਨਹੀਂ ਰਹੀ ਜਿੱਥੋਂ ਉਹਨਾਂ ਨੂੰ ਨਹੀਂ ਪ੍ਰਾਪਤ ਹੋਇਆ। ਹੁਣ ਗੱਲ ਆਉਂਦੀ ਹੈ ਸੁਣਨ ਤੇ। ਅੱਜ ਆਪਾਂ ਵੀ ਸੁਣਨ ਵਾਸਤੇ ਆਏ ਹਾਂ। ਰੋਜ਼ਾਨਾ ਆਪਾਂ ਸਰਵਣ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਸਰਵਣ ਕਰਦੇ ਹਾਂ ਤੇ ਸੁਣਨ ਦਾ ਬੜਾ ਵੱਡਾ ਮਹਾਤਮ ਹੈ। ਜਿਸ ਵਕਤ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਸ਼ਬਦ ਨੂੰ ਪੜ੍ਹਦੇ ਹਾਂ ਨਾ ਸੁਖਮਨੀ ਸਾਹਿਬ ਜੀ ਦੇ ਅੰਦਰ, ਤੇ ਉੱਥੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਪਵਿੱਤਰ 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 ਪੁਨੀਤ, 3 ਵਾਰੀ ਪਵਿੱਤਰ। ਤੇ ਜਦੋਂ ਆਪਾਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਰਵਣ ਕਰਦੇ ਹਾਂ ਤੇ ਪਾਤਸ਼ਾਹ ਕਹਿੰਦੇ ਨੇ ਸੁਣਤੇ ਪੁਨੀਤ ਕਹਤੇ ਪਵਿੱਤ। ਤੇ ਦੇਖੋ 3 ਵਾਰੀ ਪਵਿੱਤਰ ਜੁੜੇ ਤੇ ਤਾਂ ਇੱਕ ਪੁਨੀਤ ਬਣਦਾ ਹੈ।
ਭਾਵ ਕਿ ਪੁਨੀਤ ਦਾ ਦਰਜਾ ਜਿਹੜਾ ਹੈ ਪਵਿੱਤਰ ਤੋਂ 3 ਜਗ੍ਹਾ ਉੱਚਾ ਹੈ। ਪਵਿੱਤਰ, 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 ਪੁਨੀਤ। ਤੇ ਪਾਤਸ਼ਾਹ ਕਹਿੰਦੇ ਨੇ ਸੁਣਤੇ ਪੁਨੀਤ ਕਹਤੇ ਪਵਿੱਤ। ਕਹਿਣ ਵਾਲੇ ਦੇ ਨਾਲੋਂ ਸੁਣਨ ਵਾਲੇ ਦਾ ਦਰਜਾ 3 ਗੁਣਾ ਉੱਚਾ ਹੈ। ਪਰ ਹੁਣ ਸੁਣਨ ਵਾਲੇ ਦੇ ਸਰੋਤੇ ਦੇ ਵਿੱਚ ਉਹ ਭਾਵਨਾ ਤਾਂ ਹੋਵੇ, ਸੁਣਨ ਵਾਲੇ ਦੀ ਉਹ ਅਵਸਥਾ ਤਾਂ ਹੋਵੇ ਵੀ ਸੁਣਨਾ ਕਿਸ ਤਰ੍ਹਾਂ ਹੈ। ਸਾਨੂੰ ਸੁਣਨ ਦੀ ਜਾਚ ਆ ਜਾਏ ਨਾ, ਤੇ ਫਿਰ ਸਾਡੇ ਵਿੱਚ ਬਹੁਤ ਤਬਦੀਲੀ ਆਏਗੀ। ਇੱਕ ਸੱਜਣ ਨੂੰ ਮੈਂ ਸੁਣਿਆ, ਉਹ ਆਪਣੇ ਵਿਚਾਰ ਪੇਸ਼ ਕਰ ਰਿਹਾ ਸੀ। ਉਸਨੇ ਬੜਾ ਸੋਹਣਾ ਸੁਣਨ ਦਾ ਢੰਗ ਦੱਸਿਆ, ਸੁਣਨ ਦੀ ਅਵਸਥਾ ਸਾਨੂੰ ਸਮਝਾਈ ਵੀ ਕਿਸ ਤਰ੍ਹਾਂ ਸੁਣਨਾ ਹੈ। ਉਸਨੇ ਸੁਣਨ ਦੇ ਨਾ ਅਰਥ ਕੀਤੇ। ਸੁਣਨਾ, ਇਸ ਨੂੰ ਉਸਨੇ 2 ਭਾਗਾਂ ਦੇ ਵਿੱਚ ਵੰਡ ਦਿੱਤਾ, ਇੱਕ ਸੁਣ, ਦੂਜਾ ਨਾ। ਤੇ ਉਸਨੇ ਸਮਝਾਇਆ, ਕਹਿਣ ਲੱਗਾ ਵੀ ਇਸ ਨੂੰ ਇਉਂ ਮੰਨੋ ਵੀ ਇਸ ਦਾ ਮਤਲਬ ਹੈ ਸੁਣ ਨਾ। ਸੁਣ ਦਾ ਮਤਲਬ ਉਸਨੇ ਬਣਾਇਆ ਸੁਣ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਨਾ, ਕਈ ਵਾਰੀ ਇਨਸਾਨ ਬਹੁਤਾ ਚਿਰ ਬੈਠਾ ਰਹੇ ਤੇ ਕਈ ਵਾਰੀ ਉਸ ਦੇ ਸਰੀਰ ਦਾ ਕੋਈ ਅੰਗ, ਜਿਸ ਤਰ੍ਹਾਂ ਲੱਤ ਜਾਂ ਬਾਂਹ ਸੁੰਨ ਹੋ ਜਾਂਦੀ ਹੈ। ਸੁੰਨ ਜਦੋਂ ਹੋ ਜਾਏ ਤੇ ਉਦੋਂ ਭਾਵੇਂ ਆਪਾਂ ਸੂਈਆਂ ਵੀ ਮਾਰੀ ਜਾਈਏ ਤਾਂ ਵੀ ਪਰਵਾਹ ਨਹੀਂ ਹੁੰਦੀ, ਦਰਦ ਨਹੀਂ ਹੁੰਦੀ। ਕਈ ਵਾਰੀ ਆਪਾਂ ਦੇਖਾਂਗੇ ਡਾਕਟਰ ਜਦੋਂ ਆਪਰੇਟ ਕਰਨ ਲੱਗਦੇ ਹਨ, ਸਰਜਰੀ ਕਰਨ ਲੱਗਦੇ ਹਨ, ਤੇ ਉਹ ਸਭ ਤੋਂ ਪਹਿਲਾਂ ਇਹ ਹੀ ਨਹੀਂ ਵੀ ਉਸੇ ਸਮੇਂ ਉਹ ਆਪਣੇ ਔਜ਼ਾਰ ਚੁੱਕ ਕੇ ਤੇ ਅਗਲੇ ਦੀ ਚੀਰ ਫਾੜ ਕਰ ਦੇਣਗੇ। ਸਭ ਤੋਂ ਪਹਿਲਾਂ ਜਿਸ ਹਿੱਸੇ ਦਾ ਉਸਨੇ ਆਪਰੇਸ਼ਨ ਕਰਨਾ ਹੈ, ਉਸ ਨੂੰ ਸਭ ਤੋਂ ਪਹਿਲਾਂ ਸੁੰਨ ਕਰਦੇ ਹਨ ਕਿ ਸੁੰਨ ਹੋਈ ਚੀਜ਼ ਉਸ ਦੀ ਦਰਦ ਨਹੀਂ ਮਹਿਸੂਸ ਹੁੰਦੀ। ਤੇ ਉਹ ਸੱਜਣ ਨੇ ਬੜੀ ਸੋਹਣੀ ਗੱਲ ਕਹੀ, ਸੁਣ ਨਾ। ਸੁਣਨ ਦੀ ਅਵਸਥਾ ਐਸੀ ਹੋਣੀ ਚਾਹੀਦੀ ਹੈ ਕਿ ਜਿੱਥੇ ਸੁਣ ਨਾ ਹੋਵੇ ਬੰਦਾ ਪੂਰੇ ਹੋਸ਼ੋ ਹਵਾਸ ਦੇ ਵਿੱਚ ਹੋਵੇ। ਸਮਝ ਰਹੇ ਹੋ ਨਾ ਆਪ ਜੀ, ਇਸ ਗੱਲ ਨੂੰ ਪਕੜ ਕਰ ਰਹੇ ਹੋਵੋਗੇ ਕਿ ਜਿਹੜੀ ਸੁੰਨ ਹੁੰਦੀ ਹੈ ਨਾ, ਜਦੋਂ ਬੰਦਾ ਬੇਹੋਸ਼ ਹੈ, ਬੇਹੋਸ਼ ਬੰਦੇ ਦੇ ਪਾਸ ਜਿੰਨਾ ਮਰਜ਼ੀ ਰੋਲਾ ਪਾਈ ਜਾਓ, ਜੋ ਕੁਝ ਮਰਜ਼ੀ ਬੋਲੀ ਜਾਓ, ਤਾਂ ਕੀ ਉਸ ਨੂੰ ਪਤਾ ਲੱਗ ਰਿਹਾ ਹੈ? ਕਈ ਵਾਰੀ ਤਾਂ ਐਸਾ ਹੁੰਦਾ ਹੈ, ਬੰਦਾ ਜਾਗ ਰਿਹਾ ਹੈ, ਬੈਠਾ ਹੈ, 4 ਬੰਦਿਆਂ ਦੇ ਵਿੱਚ ਬੰਦਾ ਬੈਠਾ, ਅਗਲੇ ਕਈ ਤਰੀਕਿਆਂ ਦੇ ਨਾਲ ਉਹ ਗੱਲ ਸਮਝਾ ਰਹੇ ਹੁੰਦੇ ਹਨ, ਤੇ ਪਰ ਸੁਣਨ ਵਾਲਾ ਜਿਹੜਾ ਬੰਦਾ ਬੈਠਾ ਹੈ ਨਾ, ਉਹ ਇਸ ਤਰੀਕੇ ਦੇ ਨਾਲ ਇਸ ਅਵਸਥਾ ਵਿੱਚ ਬੈਠਾ ਹੈ, ਉਹਨਾਂ ਦੀ ਗੱਲ ਉਸ ਨੂੰ ਸਮਝ ਹੀ ਨਹੀਂ ਆਈ। ਉਸ ਦੇ ਕੰਨ ਤਾਂ ਮੌਜੂਦ ਸਨ, ਕੰਨਾਂ ਤੱਕ ਤਾਂ ਉਹਨਾਂ ਦੀ ਆਵਾਜ਼ ਆਈ, ਪਰ ਕੰਨ ਉਹਨਾਂ ਨੂੰ ਅੰਦਰ ਤੱਕ ਨਹੀਂ ਲੈ ਕੇ ਗਏ, ਉਸ ਗੱਲ ਨੂੰ ਗਹਿਰਾਈ ਤੱਕ ਨਹੀਂ ਲੈ ਕੇ ਗਏ। ਤੇ ਕਈ ਵਾਰੀ ਆਪਣੇ ਨਾਲ ਵੀ ਇਉਂ ਹੁੰਦਾ ਹੈ, ਕੋਈ ਸਾਨੂੰ ਸਮਝਾ ਰਿਹਾ ਹੋਵੇ ਕੁਝ, ਅਸੀਂ ਮਨ ਕਰਕੇ ਉੱਥੇ ਹਾਜ਼ਰ ਨਾ ਹੋਈਏ, ਆਪਾਂ ਕਹਿੰਦੇ ਵੀ ਦੁਬਾਰਾ ਗੱਲ ਆਖੋ ਵੀ ਮੈਨੂੰ ਪਤਾ ਨਹੀਂ ਲੱਗਾ। ਅਗਲਾ ਆਖੇਗਾ ਵੀ ਮੈਂ ਇੰਨੀ ਉੱਚੀ ਆਵਾਜ਼ ਦੇ ਵਿੱਚ ਤੇਰੇ ਨਾਲ ਗੱਲ ਕੀਤੀ, ਤੈਨੂੰ ਸਮਝਾਇਆ, ਪਰ ਤੈਨੂੰ ਪਤਾ ਕਿਉਂ ਨਹੀਂ ਲੱਗਿਆ? ਤੇ ਆਪਾਂ ਕਹਿੰਦੇ ਨਹੀਂ, ਮੇਰੀ ਸੁਰਤ ਨਹੀਂ ਸੀ ਇੱਥੇ। ਉਸ ਵੇਲੇ ਬੰਦਾ ਕੀ ਸੀ? ਸੁੰਨ ਹੋਇਆ ਸੀ। ਤੇ ਉਹ ਸੱਜਣ ਕਹਿੰਦਾ ਵੀ ਸੁਣਨ ਵਾਲੇ ਦੀ ਅਵਸਥਾ ਕੈਸੀ ਹੋਣੀ ਚਾਹੀਦੀ ਹੈ? ਸੁਣ ਨਾ, ਕਿ ਜਿਸ ਵਕਤ ਤੋਂ ਸੁਣੇ ਉਦੋਂ ਸੁਣ ਨਾ ਹੋਵੇਂ, ਉਦੋਂ ਪੂਰੇ ਹੋਸ਼ੋ ਹਵਾਸ ਦੇ ਵਿੱਚ ਹੋਵੇਂ। ਜਦੋਂ ਹੋਸ਼ੋ ਹਵਾਸ ਦੇ ਵਿੱਚ ਹੋਏਗਾ ਤੇ ਸੁਣਨ ਵਾਲੇ ਨੂੰ ਵੇਖੋ, ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੁਏ ਗਿਰ ਭਰਿਆ ਪਰਾ ਕਲੇਜੇ ਛੇਕ। ਇਹ ਤਾਂ ਕਬੀਰ ਸਾਹਿਬ ਜੀ ਦੀ ਗੱਲ ਹੈ ਕਿ ਸਾਡੇ ਕਲੇਜੇ 'ਚ ਵੀ ਕਦੇ ਛੇਕ ਹੋਇਆ? ਗੁਰੂ ਜੀ ਦਾ ਸ਼ਬਦ ਸੁਣ ਕੇ, ਸ਼ਬਦ ਤਾਂ ਉਹੀ ਹਨ, ਗੁਰੂ ਜੀ ਸੂਰਮੇ ਹਨ, ਤੇ ਗੁਰੂ ਦੇ ਸ਼ਬਦ ਬਾਣ ਵਾਂਗੂ, ਤੀਰ ਵਾਂਗੂ ਲੱਗਦੇ ਹਨ, ਕਲੇਜੇ ਨੂੰ ਵਿੰਨ ਕੇ ਰੱਖ ਦਿੰਦੇ ਹਨ। ਪਰ ਕਿੰਨਾਂ ਦਾ ਕਲੇਜਾ ਵਿੰਨਿਆ ਜਾਂਦਾ ਹੈ? ਜਿਹੜੇ ਪੂਰੇ ਹੋਸ਼ੋ ਹਵਾਸ ਵਿੱਚ, ਪੂਰੀ ਗਹਿਰਾਈ ਤੱਕ ਉਸ ਗੁਰੂ ਸਾਹਿਬ ਜੀ ਦੇ ਪਾਵਨ ਸ਼ਬਦ ਨੂੰ ਸੁਣਦੇ ਹਨ, ਆਪਣੇ ਅੰਦਰ ਤੱਕ ਲੈ ਕੇ ਜਾਂਦੇ ਹਨ। ਜਿਸ ਨੇ ਪੂਰੇ ਢੰਗ ਦੇ ਨਾਲ ਸੁਣਿਆ ਹੀ ਨਹੀਂ,
ਉਸ ਤੇ ਕੋਈ ਅਸਰ ਨਹੀਂ ਰੱਖੇਗਾ। ਆਓ ਆਪਣੇ ਵਿਸ਼ੇ ਵੱਲ। ਭਗਤ ਧੰਨਾ ਜੀ ਨੂੰ ਰੱਬ ਦੀ ਪ੍ਰਾਪਤੀ ਹੋਈ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਸੁਣਨ ਕਰਕੇ। ਤੇ ਬਾਬਾ ਨਾਨਕ ਜੀ ਨੇ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਪ੍ਰਥਮ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਪ ਜੀ ਸਾਹਿਬ ਆਪਾਂ ਪੜ੍ਹਦੇ ਹਾਂ, 4 ਪੌੜੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੁਣਨ ਤੇ ਲਿਖੀਆਂ ਨੇ ਵੀ ਸੁਣਨ ਦਾ ਮਹਾਤਮ ਕਿੰਨਾ ਵੱਡਾ ਹੈ। ਸੁਣਿਐ ਸਿੱਧ ਪੀਰ ਸੁਰ ਨਾਥ, ਸੁਣਿਐ ਧਰਤ ਧਵਲ ਆਕਾਸ਼, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕੋਈ ਭਗਤ ਧੰਨਾ ਜੀ ਨੂੰ ਇਉਂ ਨਹੀਂ ਹੋਇਆ ਵੀ ਪੱਥਰ ਦੇ ਵਿੱਚੋਂ ਰੱਬ ਪਾ ਲਿਆ ਜੀ। ਹਾਂ, ਇਹ ਕਈ ਵਾਰੀ ਘਟਨਾਵਾਂ ਐਸੀਆਂ ਹੁੰਦੀਆਂ ਹਨ ਕਿ ਜਿਸ ਵਕਤ ਕੋਈ ਕਾਮਲ ਮੁਰਸ਼ਿਦ ਨਹੀਂ ਮਿਲਿਆ, ਗੁਰੂ ਦੀ ਸੰਗਤ ਨਹੀਂ ਹੋਈ, ਉਸ ਤੋਂ ਪਹਿਲਾਂ ਦਾ ਜੀਵਨ ਉਹਨਾਂ ਦਾ ਕੁਝ ਹੋਰ ਹੋ ਸਕਦਾ ਹੈ, ਪਰ ਗੁਰੂ ਨੂੰ ਮਿਲਣ ਤੋਂ ਬਾਅਦ ਜਿਹੜਾ ਪਲਟਾ ਖਾਦਾ ਜੀਵਨ ਨੇ, ਉਹ ਬਾਅਦ ਵਿੱਚ ਫਿਰ ਅਗਿਆਨਤਾ ਵਿੱਚ ਨਹੀਂ ਜਾ ਸਕਦੇ। ਇਹ ਕੁਝ ਤਾਂ ਆਪਾਂ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਦੇਖੀਏ, ਉੱਥੋਂ ਵੀ ਵਰਤ ਰਿਹਾ ਹੈ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਦੇ ਪਾਸ ਆਉਣ ਤੋਂ ਪਹਿਲਾਂ ਦਾ ਜੀਵਨ ਕਿਹੋ ਜਿਹਾ ਹੈ, ਉਹ ਵੀ ਦੇਵੀ ਦੇ ਉਪਾਸ਼ਕ ਹਨ। ਪਰ ਜਿਸ ਵਕਤ ਗੁਰੂ ਦੇ ਚਰਨਾਂ ਵਿੱਚ ਇੱਕ ਵਾਰੀ ਆ ਗਏ, ਫਿਰ ਐਸੇ ਸੇਵਾ ਦੇ ਵਿੱਚ ਲੱਗੇ, ਐਸਾ ਗੁਰੂ ਦੇ ਸ਼ਬਦ ਨੂੰ ਸੁਣਿਆ, ਐਸਾ ਗੁਰੂ ਦੇ ਸ਼ਬਦ ਦਾ ਬਾਣ ਅੰਦਰ ਨੂੰ ਵਿੰਨ ਗਿਆ ਕਿ ਦੁਬਾਰਾ ਫਿਰ ਦੂਜੇ ਪਾਸੇ ਝਾਕਿਆ ਤੱਕ ਨਹੀਂ। ਫਿਰ ਉਹ ਗੁਰੂ ਦਾ ਰੂਪ ਹੀ ਹੋ ਗਏ, ਗੁਰੂ ਦੇ ਹੁਕਮ ਨੂੰ ਮੰਨ ਕੇ, ਗੁਰੂ ਦੇ ਸ਼ਬਦ ਨੂੰ ਸੁਣ ਕੇ। ਹੁਣ ਸਤਿਗੁਰੂ ਜੀ ਕਹਿੰਦੇ ਨੇ ਭਗਤ ਧੰਨਾ ਜੀ ਨੇ ਕੀ ਸੁਣਿਆ। ਜਦੋਂ ਕੰਨਾਂ ਦੇ ਵਿੱਚ ਇਹ ਬਚਨ ਪਏ ਕਿ ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛਿਪਰੋ, ਹੋਇਓ ਲਾਖੀਣਾ। ਪਤਾ ਲੱਗਾ ਵੀ ਜਿਹੜੇ ਰੱਬ ਦੀ ਬੰਦਗੀ ਕਰਦੇ ਹਨ ਨਾ, ਉਹਨਾਂ ਨੂੰ ਉਹ ਰੱਬ, ਉਹ ਪਰਮਾਤਮਾ ਵਾਹਿਗੁਰੂ ਜੀ ਬਹੁਤ ਵੱਡੀਆਂ ਪਦਵੀਆਂ ਬਖਸ਼ ਦਿੰਦੇ ਹਨ। ਉਹਨਾਂ ਨੂੰ ਕੱਖਾਂ ਤੋਂ ਲੱਖਾਂ ਦਾ ਬਣਾ ਦਿੰਦੇ ਹਨ। ਤੇ ਪ੍ਰਤੱਖ ਮਿਸਾਲ ਸੀ ਸਾਹਮਣੇ, ਜਿਸ ਨਾਮਦੇਵ ਨੂੰ ਰੱਬ ਦਾ ਘਰ ਜਿਸ ਮੰਦਰ ਨੂੰ ਕਿਹਾ ਜਾਂਦਾ ਹੈ, ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ। ਅਖੌਤੀ ਵੱਡੀ ਜਾਤ ਦੇ ਨਾਮਦੇਵ ਨੂੰ ਕਹਿੰਦੇ ਨੇ ਅੱਧੀ ਕੌਡੀ ਦਾ ਬੰਦਾ ਨਹੀਂ। ਤੇ ਜਦੋਂ ਪਤਾ ਲੱਗਾ ਨਾ ਵੀ ਨਾਮਦੇਵ ਜੀ ਨੇ ਐਸੀ ਬੰਦਗੀ ਕੀਤੀ, ਉਸ ਰੱਬ ਦੇ ਉਪਾਸ਼ਕ ਉਹ ਬਣੇ, ਇੱਕ ਦੇ ਉਪਾਸ਼ਕ ਬਣੇ। ਤੇ ਜਿਸ ਨੂੰ ਅੱਧੀ ਕੌਡੀ ਦਾ ਆਖਿਆ ਜਾਂਦਾ ਸੀ, ਉਹ ਲੱਖਾਂ ਦਾ ਹੋ ਗਿਆ, ਲੱਖਾਂ ਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛਿਪਰੋ, ਹੋਇਓ ਲਾਖੀਣਾ। ਲੱਖਾਂ ਦਾ ਹੋ ਗਿਆ ਭਗਤ ਨਾਮਦੇਵ। ਕਿਸ ਨਾਲ ਜੁੜ ਕੇ? ਪਰਮਾਤਮਾ ਦੇ ਨਾਲ ਜੁੜ ਕੇ। ਦੂਜੇ ਨੰਬਰ ਤੇ ਸਤਿਗੁਰੂ ਜੀ ਕਹਿੰਦੇ ਨੇ ਨੀਚ ਕੁਲਾ ਜੋ ਲਾਹਰਾ, ਭਇਓ ਗੁਣੀ ਗਹੀਰਾ। ਕਬੀਰ ਸਾਹਿਬ ਜੀ, ਕਬੀਰ ਸਾਹਿਬ ਜੀ ਨੂੰ ਨੀਚ ਆਖਿਆ ਜਾ ਰਿਹਾ ਸੀ, ਨੀਵੀਂ ਜਾਤ ਦਾ ਕਿਹਾ ਜਾ ਰਿਹਾ ਸੀ। ਪਰ ਜਦੋਂ ਉਹ ਰੱਬ ਦੇ ਨਾਲ, ਇੱਕ ਦੇ ਨਾਲ ਜੁੜ ਗਏ ਤੇ ਉਹ ਗੁਣਾਂ ਦੇ ਸਾਗਰ ਹੋ ਗਏ। ਭਇਓ ਗੁਣੀ ਗਹੀਰਾ। ਤੇ ਚੌਥੇ ਨੰਬਰ ਤੇ ਜਿਹੜੀ ਜ਼ਿਕਰ ਕੀਤਾ ਹੈ, ਤੀਜੇ ਨੰਬਰ ਤੇ ਰਵਿਦਾਸ ਢੁਵੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ। ਰਵਿਦਾਸ ਜੀ ਜਿਨ੍ਹਾਂ ਦਾ ਕੰਮ ਕੀ ਸੀ, ਉਹਨਾਂ ਦੇ ਬਰਾਦਰੀ ਦਾ, ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਕੀ ਕੰਮ ਸੀ? ਜੋੜੇ ਗੰਢਣਾ ਜਾਂ ਢੋਰਾਂ ਨੂੰ ਚੁੱਕਣਾ। ਉਹਨਾਂ ਨੂੰ ਵੀ ਨੀਵੇਂ ਕਿਹਾ ਜਾ ਰਿਹਾ ਸੀ, ਉਹਨਾਂ ਨੂੰ ਵੀ ਸ਼ੂਦਰ ਕਿਹਾ ਜਾ ਰਿਹਾ ਸੀ।
ਪਰ ਉਹਨਾਂ ਦੇ ਅੰਦਰ ਐਸਾ ਅਕਾਲ ਪੁਰਖ ਦੀ ਉਸ ਜੋਤ ਦਾ ਵਾਸਾ ਹੋਇਆ, ਐਸਾ ਉਹਨਾਂ ਨੂੰ ਗਿਆਨ ਹੋਇਆ ਕਿ ਉਹਨਾਂ ਨੇ ਮਾਇਆ ਦੇ ਮੋਹ ਨੂੰ ਛੱਡ ਦਿੱਤਾ। ਰਵਿਦਾਸ ਢੋਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਹਨਾਂ ਨੂੰ ਵੀ ਹਰੀ ਦਾ, ਪਰਮਾਤਮਾ ਦਾ ਦਰਸ਼ਨ ਹੋਇਆ। ਉਹ ਤਾਂ ਆਪ ਕਹਿੰਦੇ ਹਨ ਨਾ ਕਿ ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲੱਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਉਹਨਾਂ ਨੂੰ ਵੀ ਦਰਸ਼ਨ ਹੋਇਆ। ਸੈਨ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ। ਹਿਰਦੈ ਬਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਸੈਨ ਨਾਈ ਨੂੰ ਵੀ ਬੁੱਤਾਂ ਕਰਨ ਵਾਲਾ, ਭਾਵ ਕਿ ਦੂਜਿਆਂ ਦੇ ਛੋਟੇ ਮੋਟੇ ਕੰਮਕਾਰ ਕਰਨ ਵਾਲਾ ਕਿਹਾ ਜਾਂਦਾ ਸੀ, ਤੇ ਸ਼ੂਦਰ ਆਖਿਆ ਜਾਂਦਾ ਸੀ। ਉਸ ਦੀ ਵੀ ਘਰ ਘਰ ਦੇ ਵਿੱਚ ਸ਼ੋਭਾ ਹੋਣ ਲੱਗ ਗਈ ਜਦੋਂ ਉਹ ਇੱਕ ਦੇ ਨਾਲ ਜੁੜ ਗਿਆ। ਤੇ ਭਗਤ ਧੰਨਾ ਜੀ ਨੂੰ ਇਹ ਪਤਾ ਲੱਗ ਗਿਆ ਵੀ ਇੱਕ ਦੇ ਨਾਲ ਜੁੜਨ ਕਰਕੇ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਉਹ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਸੰਸਾਰ ਦੇ ਪਦਾਰਥਾਂ ਦੇ ਵਿੱਚ ਨਹੀਂ। ਫਿਰ ਭਗਤ ਧੰਨਾ ਜੀ ਵੀ ਇੱਕ ਦੇ ਨਾਲ ਜੁੜ ਗਏ। ਪਾਤਸ਼ਾਹ ਕਹਿੰਦੇ ਨੇ ਇਹ ਬਿਧ ਸੁਣ ਕੇ ਜਾਟਰੋ, ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੋਸਾਈਆਂ, ਧੰਨਾ ਵੱਡ ਭਗ। ਇਸ ਤਰ੍ਹਾਂ ਭਗਤ ਧੰਨਾ ਜੀ ਨੇ ਉਸ ਪਰਮਾਤਮਾ ਦੀ ਭਗਤੀ ਕੀਤੀ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਪਾਵਨ ਬਚਨ ਆਉਂਦਾ ਹੈ, ਜਿਸ ਅੰਦਰ ਸਤਿਗੁਰੂ ਜੀ ਕਹਿੰਦੇ ਨੇ ਬਸੰਤ ਰਾਗ ਦੇ ਅੰਦਰ ਪਾਤਸ਼ਾਹ ਕਹਿੰਦੇ ਨੇ ਧੰਨੈ ਸੇਵਿਆ ਬਾਲ ਬੁੱਧ। ਜਾਂ ਆਪਾਂ ਪੜ੍ਹਦੇ ਹਾਂ ਭੋਲੇ ਭਾਏ ਮਿਲੇ ਰਘੁਰਾਇਆ। ਬਾਲ ਬੁੱਧ ਤੇ ਭੋਲਾਪਨ ਕੀ ਹੈ? ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਇਹ ਗੁਰਸਿੱਖ ਦੀ ਵੀ ਅਵਸਥਾ ਇਹੋ ਜਿਹੀ ਹੋਣੀ ਚਾਹੀਦੀ ਹੈ। ਬਾਲਪਨ ਦੇ ਭੋਲੇਪਨ ਦੀ ਅਵਸਥਾ ਕੀ ਹੁੰਦੀ ਹੈ ਕਿ ਇੱਕ ਛੋਟਾ ਜਿਹਾ ਬੱਚਾ, ਉਸ ਦੇ ਵਿੱਚ ਕੋਈ ਵੀ ਐਬ ਨਹੀਂ। ਇੱਕ ਛੋਟਾ ਜਿਹਾ ਬੱਚਾ, ਉਸ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ। ਉਹ ਨਿਰਛਲ ਹੈ, ਕਿਸੇ ਨੂੰ ਨਹੀਂ ਛਲਦਾ, ਕਿਸੇ ਨੂੰ ਧੋਖਾ ਨਹੀਂ ਦਿੰਦਾ। ਜਿਹੋ ਜੀ ਇੱਕ ਛੋਟੇ ਜਿਹੇ ਬੱਚੇ ਦੀ ਅਵਸਥਾ ਹੁੰਦੀ ਹੈ ਨਾ, ਉਹੋ ਜੀ ਅਵਸਥਾ ਇਨਸਾਨ ਤੇਰੀ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਹੁਣ ਵੀ ਇਕੱਲਾ ਭੋਲਾ ਹੀ ਬਣ ਜਾਵੇਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਗੁਰ ਸਿੱਖੀ ਗੁਰ ਸਿੱਖ ਸੁਣ, ਅੰਦਰੋਂ ਸਿਆਣਾ ਬਾਹਰੋਂ ਭੋਲਾ। ਗੁਰੂ ਦੀ ਸਿੱਖਿਆ ਨੂੰ ਸੁਣ ਕੇ ਗੁਰੂ ਦਾ ਸਿੱਖ ਅੰਦਰੋਂ ਸਿਆਣਾ ਬਣ ਜਾਂਦਾ ਹੈ, ਬਾਹਰੋਂ ਭੋਲਾਪਨ ਭਾਵ ਕਿ ਬੱਚਿਆਂ ਵਾਂਗੂ ਇਹ ਨਹੀਂ ਜਤਾਉਂਦਾ ਕਿ ਮੈਨੂੰ ਇੰਨਾ ਕੁਝ ਪਤਾ ਹੈ, ਮੈਂ ਇੰਨੀ ਸਮਝ ਰੱਖਦਾ ਹਾਂ, ਜਾਂ ਮੇਰੇ ਵਿੱਚ ਇੰਨੇ ਗੁਣ ਹਨ। ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਦਾ ਗੁਰੂ ਕਾ ਸਿੱਖ। ਇਹ ਹੈ ਭੋਲੇਪਨ ਦੀ ਨਿਸ਼ਾਨੀ। ਭਗਤ ਧੰਨੇ ਜੀ ਨੂੰ ਜਦੋਂ ਰੱਬ ਦੀ ਪ੍ਰਾਪਤੀ ਹੋਈ ਹੈ ਤੇ ਉਹ ਕਿੰਨੇ ਕੁ ਸਿਆਣੇ ਹਨ, ਇਹ ਆਪਾਂ ਨੂੰ ਉਹਨਾਂ ਦੀ ਬਾਣੀ ਦੇ ਵਿੱਚੋਂ ਪਤਾ ਲੱਗੇਗਾ। ਭਗਤ ਧੰਨਾ ਜੀ ਨੇ ਜਦੋਂ ਇਹ ਦੇਖਿਆ ਨਾ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਮਾਇਆ ਦੇ ਮੋਹ ਦੇ ਵਿੱਚ ਜੀਵ ਕਿਸ ਤਰ੍ਹਾਂ ਫਸਦਾ ਹੈ, ਵੀ ਦੁਨੀਆ ਦੇ ਪਦਾਰਥਾਂ ਦੇ ਵਿੱਚ, ਦੁਨੀਆ ਦੇ ਪਦਾਰਥਾਂ ਦੀ ਚਾਹਤ ਨੂੰ ਲੈ ਕੇ ਜਦੋਂ ਬੰਦਾ ਸੋਚਦਾ ਹੈ ਮੇਰੇ ਕੋਲ ਆ ਵੀ ਹੋਵੇ, ਉਹ ਵੀ ਹੋਵੇ, ਮੈਨੂੰ ਇੰਨਾ ਕੁਝ ਚਾਹੀਦਾ ਹੈ। ਤੇ ਕਈ ਇਨਸਾਨ ਤਾਂ ਚਿੰਤਾ ਦੇ ਵਿੱਚ ਹਨ ਵੀ ਸਾਨੂੰ ਕਿਉਂ ਨਹੀਂ ਇੰਨਾ ਕੁਝ ਮਿਲਿਆ, ਕਿੰਨੀ ਚਿੰਤਾ ਹੈ। ਕਈ ਇਨਸਾਨ ਐਸੇ ਹੋਣਗੇ ਜਿਨ੍ਹਾਂ ਨੂੰ ਰੋਟੀ ਦੀ ਚਿੰਤਾ ਪਈ ਹੋਈ ਹੈ। ਕਈਆਂ ਦੇ ਪਾਸ ਸਾਲਾਂ ਬੱਧੀ ਰਾਸ਼ਨ ਦੇ ਪੈਸੇ ਹਨ, ਪਰ ਉਹ ਫੇਰ ਵੀ ਚਿੰਤਤ ਹਨ ਵੀ ਸਾਨੂੰ ਇਸ ਤੋਂ ਵੀ ਜ਼ਿਆਦਾ ਚਾਹੀਦਾ ਹੈ। ਭਗਤ ਧੰਨਾ ਜੀ ਕਹਿੰਦੇ ਨੇ ਉਸ ਰੱਬ ਦੇ ਸ਼ੁਕਰ ਦੇ ਵਿੱਚ ਤੇ ਸਬਰ ਦੇ ਵਿੱਚ ਰਹਿਣਾ ਸਿੱਖੋ। ਉਹ ਸਾਰਿਆਂ ਨੂੰ ਦਿੰਦਾ ਹੈ,
ਕੋਈ ਐਸਾ ਜੀਵ ਨਹੀਂ ਜਿਸ ਨੂੰ ਉਹ ਪਰਮਾਤਮਾ ਰੋਜੀ ਨਾ ਦਿੰਦਾ ਹੋਵੇ। ਹਰ ਇੱਕ ਨੂੰ ਦੇਣ ਵਾਲਾ ਪਰਮਾਤਮਾ ਹੈ, ਉਸ ਤੋਂ ਬਗੈਰ ਦੂਜਾ ਕੋਈ ਵੀ ਦੇਣ ਵਾਲਾ ਨਹੀਂ। ਕਿਉਂਕਿ ਉਹ ਪਰਮਾਤਮਾ ਕਿੱਥੇ ਰਹਿੰਦਾ ਹੈ ਭਲਾ? ਪਾਤਸ਼ਾਹ ਦੀ ਬਾਣੀ ਕਹਿੰਦੀ, ਘਟ ਘਟ ਮੈਂ ਹਰ ਜੂ ਵਸੈ। ਜਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਜਹ ਜਹ ਪੇਖੋਂ ਤੈ ਹਜੂਰ, ਦੂਰ ਕਤੋਂ ਨਾ ਜਾਈ। ਰਵ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਰੱਬ ਹਰ ਇੱਕ ਦੇ ਅੰਦਰ ਹੈ। ਹੁਣ ਜਦੋਂ ਪ੍ਰਮਾਤਮਾ ਨੇ ਕੋਈ ਕਾਰਜ ਕਰਨਾ ਹੈ, ਕਿਸੇ ਦਾ ਕਾਰਜ ਸਵਾਰਨਾ ਹੈ, ਤੇ ਉਹ ਕੀ ਕਰੇਗਾ? ਕਿ ਆਪ ਪ੍ਰਤੱਖ ਰੂਪ ਦੇ ਵਿੱਚ ਕਿਸੇ ਹੋਰ ਰੂਪ ਦੇ ਵਿੱਚ ਆਏਗਾ? ਨਹੀਂ, ਉਹ ਹਰ ਇੱਕ ਦੇ ਅੰਦਰ ਬੈਠਾ ਹੈ, ਕਿਸੇ ਨਾ ਕਿਸੇ ਨੂੰ ਪ੍ਰੇਰਿਤ ਕਰਕੇ ਉਸ ਵੱਲ ਭੇਜ ਦੇਗਾ, ਉਸ ਦੇ ਕਾਰਜ ਸਵਾਰ ਦੇਗਾ। ਕੋਈ ਕਿਸੇ ਨੂੰ ਕੁਝ ਦੇਣ ਵਾਲਾ ਨਹੀਂ, ਦੇਣ ਵਾਲਾ ਕੇਵਲ ਤੇ ਕੇਵਲ ਇੱਕੋ ਹੀ ਦਾਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤਾਂ ਬੇਨਤੀ ਕਰਦੇ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਕਿ ਹੇ ਇੱਕ ਦਾਤਾ ਪ੍ਰਮਾਤਮਾ ਜੀ, ਮੇਰੇ ਤੇ ਐਸੀ ਬਖਸ਼ਿਸ਼ ਕਰੋ, ਮੈਂ ਤੈਨੂੰ ਕਦੇ ਵੀ ਨਾ ਭੁੱਲਾਂ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੇ ਭਗਤ ਧੰਨਾ ਜੀ ਫਿਰ ਸਮਝਾਉਂਦੇ ਹਨ ਸਾਨੂੰ ਕਿ ਕੋਈ ਚਿੰਤਾ ਨਾ ਤੂੰ ਕਰ, ਉਹ ਪਰਮਾਤਮਾ ਦੇਖ, ਉਹ ਤਾਂ ਮਾਤਾ ਦੇ ਪੇਟ ਦੇ ਵਿੱਚ ਜਦੋਂ ਇਨਸਾਨ, ਤੂੰ ਆਪਣੀ ਮਾਂ ਦੇ ਗਰਭ ਦੇ ਵਿੱਚ ਪੇਟ ਦੇ ਵਿੱਚ ਸੀ, ਉਦੋਂ ਵੀ ਉਸ ਪਰਮਾਤਮਾ ਨੇ ਹੀ ਤੈਨੂੰ ਰਿਜ਼ਕ ਦਿੱਤਾ, ਉੱਥੇ ਕਿਸੇ ਹੋਰ ਨੇ ਨਹੀਂ ਪਹੁੰਚਾਇਆ। ਜਨਨੀ ਕੇਰੇ ਉਦਰ ਉਦਕ ਮਹਿ, ਪਿੰਡ ਕੀਆ 10 ਦੁਆਰਾ। ਦੇ ਆਹਾਰ ਅਗਨ ਮਹਿ ਰਾਖੈ, ਐਸਾ ਖਸਮ ਹਮਾਰਾ। ਉੱਥੇ ਅੱਗ ਵੀ ਸੀ, ਜਠਰਾ ਅਗਨੀ ਸੀ। ਉਸ ਥਾਂ ਤੇ ਕੋਈ ਵੀ ਇਨਸਾਨ ਦੀ ਪਹੁੰਚ ਨਹੀਂ ਹੈ ਵੀ ਉਸ ਥਾਂ ਤੇ ਉਸ ਜੀਵ ਨੂੰ ਕੋਈ ਰਿਜ਼ਕ ਦੇ ਸਕੇ। ਪਰਮਾਤਮਾ ਨੇ ਉੱਥੇ ਵੀ ਰਿਜ਼ਕ ਦਿੱਤਾ, ਤੇ ਹੁਣ ਤੈਨੂੰ ਕਿਉਂ ਨਾ ਦੇਗਾ? ਫਿਰ ਭਗਤ ਧੰਨਾ ਜੀ ਕਹਿੰਦੇ ਨੇ ਕਿ ਇੱਕ ਪੱਥਰ ਦੇ ਵਿੱਚ, ਜਿਸ ਪੱਥਰ ਦੇ ਵਿੱਚ ਕੋਈ ਰਸਤਾ ਨਹੀਂ, ਕਿਤੇ ਵੀ ਜਾਣ ਨੂੰ, ਅੰਦਰੋਂ ਬਾਹਰ ਨਿਕਲਣ ਨੂੰ ਕੋਈ ਰਸਤਾ ਨਹੀਂ ਪੱਥਰ ਦੇ ਵਿੱਚ, ਉਸ ਪੱਥਰ ਦੇ ਵਿੱਚ ਵੀ ਕੀਟ ਹਨ, ਉਸ ਪੱਥਰ ਦੇ ਵਿੱਚ ਵੀ ਜੀਵ ਹਨ। ਉਹਨਾਂ ਨੂੰ ਰੋਜੀ ਕੌਣ ਦੇ ਰਿਹਾ ਹੈ? ਤੇ ਜੇ ਪੱਥਰ ਦੇ ਵਿੱਚ ਉਹ ਪਰਮਾਤਮਾ, ਜਿੱਥੋਂ ਕੋਈ ਰਸਤਾ ਨਹੀਂ ਅੰਦਰ ਜਾਣ ਵਾਸਤੇ, ਉੱਥੇ ਵੀ ਉਹਨਾਂ ਨੂੰ ਰੋਜੀ ਦੇ ਰਿਹਾ, ਤੇ ਤੈਨੂੰ ਉਹ ਰੋਜੀ ਕਿਉਂ ਨਾ ਦੇਗਾ? ਭਗਤ ਧੰਨਾ ਜੀ ਨੇ ਸਾਨੂੰ ਇਹ ਸਮਝਾਇਆ ਕਿ ਇਨਸਾਨ ਸਭ ਨੂੰ ਦੇਣ ਵਾਲਾ ਪਰਮਾਤਮਾ ਹੈ, ਕਿਸੇ ਦੀ ਮੁਤਾਜੀ ਨਾ ਕਰੀ। ਤੂੰ ਕੇਵਲ ਤੇ ਕੇਵਲ ਉਸ ਪਰਮਾਤਮਾ ਦਾ ਬੰਦਾ ਬਣ। ਜਿਸ ਦਿਨ ਤੂੰ ਪਰਮਾਤਮਾ ਦਾ ਬੰਦਾ ਬਣ ਗਿਆ ਨਾ, ਤੇ ਤੈਨੂੰ ਕਿਸੇ ਦੀ ਮੁਤਾਜੀ ਰਹਿਣੀ ਵੀ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਨਾ ਕਿ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਮੋਹ ਛੰਦਾ ਕਹਿੰਦੇ ਨੇ ਮੁਤਾਜੀ ਨੂੰ। ਐ ਪਰਮਾਤਮਾ, ਜੇ ਤੂੰ ਮੇਰੇ ਵੱਲ ਹੈ ਨਾ, ਤੇ ਮੈਨੂੰ ਕਿਸੇ ਦੀ ਮੁਤਾਜੀ ਨਹੀਂ। ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ। ਜਾਂ ਤੇਰਾ ਬੰਦਾ, ਉਸ ਦਾ ਬੰਦਾ ਬਣਨਾ ਪੈਂਦਾ ਹੈ। ਫਿਰ ਉਹ ਮਾਲਕ ਸਾਰਾ ਕੁਝ ਆਪਣੇ ਬੰਦੇ ਨੂੰ ਸੌਂਪ ਦਿੰਦਾ ਹੈ। ਜੋ ਠਾਕੁਰ ਕਾ ਸੋ ਸੇਵਕ ਕਾ, ਠਾਕੁਰ ਸੇਵਕ ਹੀ ਸੰਗ ਜਾਹਰ ਜੀਓ। ਠਾਕੁਰ ਜਿਹੜਾ ਹੈ ਨਾ, ਦੁਨੀਆ ਦੇ ਵਿੱਚ ਪ੍ਰਗਟ ਹੁੰਦਾ ਆਪਣੇ ਸੇਵਕ ਦੇ ਰਾਹੀਂ। ਇਸ ਕਰਕੇ ਭਗਤ ਧੰਨਾ ਜੀ ਕਹਿੰਦੇ ਨੇ, ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ। ਉਸ ਪੱਥਰ ਦੇ ਵਿੱਚ ਕੋਈ ਵੀ ਰਸਤਾ ਨਹੀਂ, ਉੱਥੇ ਵੀ ਉਹ ਪਰਮਾਤਮਾ ਉਸ ਕੀਟ ਨੂੰ, ਉਸ ਜੀਵ ਨੂੰ ਰੋਜੀ ਦੇ ਰਿਹਾ ਹੈ। ਇਸ ਵਾਸਤੇ
ਪੂਰਨ ਪਰਮਾਨੰਦ ਮਨੋਹਰ ਦੇਖ ਸਮਝ ਮਨ ਮਾਹੀ। ਉਸ ਪਰਮਾਤਮਾ ਦੀ ਇਸ ਅਸਚਰਜਤਾ ਵਾਲੀ ਖੇਡ ਨੂੰ ਸਮਝ, ਇਸ ਨੂੰ ਦੇਖ, ਇਸ ਨੂੰ ਜਾਣ, ਉਸ ਰੱਬ ਨੂੰ ਪਹਿਚਾਣ ਕਿ ਉਹੀ ਦਾਤਾ ਹੈ, ਉਹੀ ਦੇਣ ਵਾਲਾ ਹੈ। ਤੇ ਜੇ ਦੇਣ ਵਾਲਾ ਉਹ ਇੱਕ ਹੈ ਤੇ ਫਿਰ ਆਪਾਂ ਦਰ ਦਰ ਦੇ ਮੰਗਤੇ ਕਿਉਂ ਬਣੀਏ? ਕਿਉਂ ਆਪਾਂ ਦਰ ਦਰ ਤੋਂ ਮੰਗਦੇ ਫਿਰੀਏ? ਭਗਤ ਧੰਨਾ ਜੀ ਦਾ ਜਿਹੜਾ ਧਨਾਸਰੀ ਰਾਗ ਦਾ ਪਾਵਨ ਸ਼ਬਦ ਹੈ ਨਾ, ਜੋ ਆਪਾਂ ਹਰ ਰੋਜ਼ ਸੁਣਾਂਗੇ, ਆਰਤੀ ਦੇ ਵਿੱਚ ਵੀ ਗਾਇਨ ਹੁੰਦਾ ਹੈ। ਵੈਸੇ ਇਹ ਧਨਾਸਰੀ ਰਾਗ ਦੇ ਵਿੱਚ, ਜਿਸ ਰਾਗ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਰਤੀ ਉਚਾਰਨ ਕੀਤੀ, ਉਸੇ ਰਾਗ ਦੇ ਵਿੱਚ ਹੈ। ਤੇ ਵੈਸੇ ਜੇ ਇਸ ਸ਼ਬਦ ਨੂੰ ਪੜ੍ਹ ਕੇ ਇਸ ਦੀ ਵਿਚਾਰ ਕੀਤੀ ਜਾਏ ਤੇ ਪਤਾ ਲੱਗਦਾ ਹੈ ਵੈਸੇ ਆਰਤੀ ਦੇ ਨਾਲ ਇਸ ਸ਼ਬਦ ਦਾ ਕੋਈ ਸੰਬੰਧ ਨਹੀਂ ਹੈ, ਪਰ ਇਹ ਪੁਰਾਤਨ ਸਮੇਂ ਤੋਂ ਪੜ੍ਹਿਆ ਜਾ ਰਿਹਾ ਹੈ। ਇਸ ਸ਼ਬਦ ਦੇ ਅੰਦਰ ਫਿਰ ਭਗਤ ਧੰਨਾ ਜੀ ਸਾਨੂੰ ਇਹ ਸਮਝਾਉਂਦੇ ਹਨ ਕਿ ਜੇ ਸਾਰਿਆਂ ਜੀਵਾਂ ਦਾ ਇੱਕੋ ਹੀ ਦਾਤਾ ਹੈ, ਉਹੀ ਰਿਜ਼ਕ ਦੇਣ ਵਾਲਾ ਹੈ, ਤੇ ਫਿਰ ਦਰ ਦਰ ਦਾ ਭਿਖਾਰੀ ਕਿਉਂ ਬਣਨਾ ਹੈ? ਫਿਰ ਭਿਖਾਰੀ ਬਾਣੀ ਉਸੇ ਦੇ ਜਾਂਦੇ ਹਾਂ। ਜੇ ਸਾਨੂੰ ਕੁਝ ਚਾਹੀਦਾ ਹੋਏਗਾ ਅਸੀਂ ਫਿਰ ਮੰਗੀਏ ਹੀ ਉਸ ਤੋਂ, ਇੱਕ ਤੋਂ ਹੀ। ਤੇ ਭਗਤ ਧੰਨਾ ਜੀ ਕਹਿੰਦੇ ਨੇ ਮੈਂ ਤਾਂ ਮੰਗਤਾ ਬਣ ਗਿਆ ਉਸ ਦਾਤੇ ਦੇ ਦਰ ਦਾ, ਗੋਪਾਲ ਤੇਰਾ ਆਰਤਾ। ਇੱਥੇ ਆਰਤੀ ਨਹੀਂ, ਇੱਥੇ ਆਰਤਾ। ਆਰਤੇ ਦਾ ਮਤਲਬ ਹੁੰਦਾ ਹੈ ਭਿਖਾਰੀ, ਮੰਗਤਾ, ਲੋੜਵੰਦ, ਗਰਜਵਾਨ। ਭਗਤ ਜੀ ਕਹਿੰਦੇ ਨੇ ਹੇ ਗੋਪਾਲ, ਗੋ ਕਹਿੰਦੇ ਨੇ ਧਰਤੀ ਨੂੰ, ਪਾਲ ਕਹਿੰਦੇ ਨੇ ਧਰਤੀ ਦੀ ਪਾਲਣਾ ਕਰਨ ਵਾਲਾ, ਇਸ ਪੂਰੀ ਸ੍ਰਿਸ਼ਟੀ ਦੇ ਜੀਵਾਂ ਦੀ ਪਾਲਣਾ ਕਰਨ ਵਾਲੇ ਪਰਮਾਤਮਾ ਜੀ, ਮੈਂ ਤੇਰੇ ਦਰ ਦਾ ਮੰਗਤਾ ਹਾਂ। ਗੋਪਾਲ ਤੇਰਾ ਆਰਤਾ। ਕਿਉਂ ਮੰਗਤਾ ਬਣਿਆ ਤੇਰੇ ਦਰ ਦਾ? ਕਿਉਂਕਿ ਮੈਨੂੰ ਪਤਾ ਲੱਗ ਗਿਆ ਵੀ ਜਿਹੜਾ ਤੇਰੇ ਦਰ ਦਾ ਮੰਗਤਾ ਬਣ ਜਾਏ ਨਾ, ਉਸ ਨੂੰ ਫਿਰ ਦੂਜੇ ਕਿਸੇ ਦੇ ਦਰ ਦੀ ਲੋੜ ਨਹੀਂ ਪੈਂਦੀ, ਉਸ ਨੂੰ ਕਿਸੇ ਦੀ ਮੁਤਾਜੀ ਨਹੀਂ ਕਰਨੀ ਪੈਂਦੀ। ਉਸ ਦੇ ਜੀਵਨ ਦੇ ਸਾਰੇ ਕਾਰਜ ਹੀ ਸਵਰ ਜਾਂਦੇ ਹਨ। ਤੂੰ ਸਵਾਰ ਦਿੰਦਾ ਹੈ ਉਸ ਦੇ ਜੀਵਨ ਦੇ ਕਾਰਜਾਂ ਨੂੰ, ਜਿਹੜਾ ਤੇਰੇ ਦਰ ਦਾ ਆਰਤਾ ਮੰਗਤਾ ਬਣ ਜਾਏ। ਜੋ ਜਨ ਤੁਮਰੀ ਭਗਤ ਕਰੰਤੇ, ਤਿਨ ਕੇ ਕਾਜ ਸਵਾਰਤਾ। ਹੁਣ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਾਰਜ ਇਹ ਹੈ ਕਿ ਜਿਸ ਦੇ ਨਾਲੋਂ ਵਿਛੜਿਆ ਹੈ ਉਸ ਦੇ ਨਾਲ ਇਸ ਦਾ ਮਿਲਾਪ ਹੋ ਜਾਏ। ਸਭ ਤੋਂ ਵੱਡਾ ਕਾਰਜ ਇਹ ਹੈ। ਸਾਰੇ ਜ਼ਿੰਦਗੀ ਦੇ ਕਾਰਜ ਸਫਲੇ ਹੋ ਗਏ ਜਿਸ ਦਿਨ ਸਾਡਾ ਜੀਵਨ ਸਫਲਾ ਹੋ ਜਾਏਗਾ। ਜਿਹੜਾ ਉਸ ਦੇ ਦਰ ਦਾ ਆਰਤਾ ਬਣ ਜਾਏ, ਮੰਗਤਾ ਬਣ ਜਾਏ, ਥਾਂ ਥਾਂ ਤੇ ਝੋਲੀਆਂ ਅੱਡਣੋਂ ਹਟ ਜਾਏ, ਸੱਚ ਜਾਣਿਓ ਉਸ ਨੂੰ ਸਾਰਾ ਕੁਝ ਹੀ ਮਿਲ ਜਾਂਦਾ ਹੈ। ਫਿਰ ਭਗਤ ਜੀ ਨੇ ਸਾਨੂੰ ਸਮਝਾਇਆ ਜੇ ਉਸ ਦੇ ਪਾਸੋਂ ਮੰਗੋ ਵੀ ਤੇ ਕੀ ਮੰਗਣਾ ਹੈ। ਸੰਸਾਰਕ ਪਦਾਰਥਾਂ ਦੀ ਵੀ ਜੇ ਉਸ ਪਰਮਾਤਮਾ ਨੇ ਸਾਨੂੰ ਤਨ ਦਿੱਤਾ ਹੈ, ਇਸ ਤਨ ਦੀਆਂ ਕਈ ਲੋੜਾਂ ਹਨ। ਇਸ ਨੂੰ ਖੁਰਾਕ ਚਾਹੀਦੀ ਹੈ, ਇਸ ਨੂੰ ਪੋਸ਼ਾਕ ਚਾਹੀਦੀ ਹੈ, ਇਸ ਨੂੰ ਘਰ ਚਾਹੀਦਾ ਹੈ, ਇਸ ਨੂੰ ਪਰਿਵਾਰ ਚਾਹੀਦਾ ਹੈ, ਇਸ ਨੂੰ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ, ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਕਈ ਪ੍ਰਕਾਰ ਦੇ ਪਦਾਰਥ ਚਾਹੀਦੇ ਹਨ। ਪਰ ਉਹਨੇ ਕਿ ਜਿਹੜੇ ਜ਼ਰੂਰੀ ਹਨ ਇਸ ਵਾਸਤੇ। ਹੁਣ ਅਸੀਂ ਪਦਾਰਥ ਖਾਣ ਵਾਲੇ ਮੰਗੀਏ, ਸਾਨੂੰ ਦਿੱਤੇ ਹਨ ਪਰਮਾਤਮਾ ਨੇ, ਪਰ ਫਿਰ ਵੀ ਅਸੀਂ ਬੇਅੰਤ ਬੇਸ਼ੁਮਾਰ ਮੰਗੀ ਜਾ ਰਹੇ ਹਾਂ। ਭਗਤ ਜੀ ਨੇ ਵੀ ਮੰਗੇ, ਪਰ ਲੋੜ ਅਨੁਸਾਰ। ਜਿਹੜਾ ਰੱਬ ਦਾ ਪਿਆਰਾ ਹੈ ਨਾ, ਭਗਤ ਹੈ, ਸੰਤ ਹੈ, ਉਹ ਖਾਂਦਾ ਹੈ ਜਿਉਣ ਵਾਸਤੇ। ਜਿਹੜਾ ਸਾਡੇ ਵਰਗਾ ਬੰਦਾ ਹੈ ਨਾ, ਉਹ ਜਿਉਂਦਾ ਹੈ ਖਾਣ ਵਾਸਤੇ। ਬਸ ਇਹੋ ਫਰਕ ਹੈ। ਰੱਬ ਦਾ ਪਿਆਰਾ ਖਾਂਦਾ ਹੈ ਜਿਉਣ ਵਾਸਤੇ, ਤੇ ਮੇਰੇ ਵਰਗਾ ਜਿਹੜਾ ਇਨਸਾਨ ਹੈ ਉਹ ਜਿਉਂਦਾ ਹੈ ਖਾਣ ਵਾਸਤੇ। ਅਸੀਂ ਜੀ ਰਹੇ ਹਾਂ ਨਾ, ਇੰਨਾ ਕੁਝ ਇਕੱਠਾ ਕਿਉਂ ਕਰ ਰਹੇ ਹਾਂ?
ਕਿਉਂਕਿ ਅਸੀਂ ਆਪਣੇ ਤਾਂ ਖਾਣ ਦਾ ਜਿਹੜਾ ਸਮਾਨ ਬਣਾਇਆ, ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਵਾਸਤੇ ਵੀ ਜੋੜ ਦਿੱਤਾ, ਵੀ ਇਹ ਕਹੀਏ ਵੀ ਅਸੀਂ ਦਿੱਤਾ ਉਹਨਾਂ ਨੂੰ। ਫਿਰ ਇਸ ਦਾ ਮਤਲਬ ਕਰਤਾ ਤੂੰ ਬਣ ਗਿਆ, ਪਾਲਣਹਾਰ ਤੂੰ ਬਣ ਗਿਆ। ਫਿਰ ਰੱਬ ਦੀ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ ਵਿੱਚ। ਨਹੀਂ, ਸਾਰਿਆਂ ਨੂੰ ਦੇਣ ਵਾਲਾ ਉਹ ਪਰਮਾਤਮਾ ਹੈ। ਫਿਰ ਭਗਤ ਜੀ ਨੇ ਮੰਗਿਆ, ਉਹ ਕਹਿੰਦੇ ਨੇ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਮੰਗਿਆ ਕਿ ਦਾਲ ਸੀਧਾ ਮੰਗੋ ਘੀਓ, ਮੈਨੂੰ ਦਾਲ ਚਾਹੀਦੀ ਹੈ, ਮੈਨੂੰ ਸੀਧਾ ਸੀਧਾ ਤੋਂ ਭਾਵ ਆਟਾ ਚਾਹੀਦਾ ਹੈ, ਮੈਨੂੰ ਘਿਓ ਵੀ ਚਾਹੀਦਾ ਹੈ। ਇਹ ਜ਼ਰੂਰਤ ਦੀਆਂ ਚੀਜ਼ਾਂ ਹਨ। ਭਗਤ ਕਬੀਰ ਜੀ ਦਾ ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ, ਉਹ ਵੀ ਕਹਿੰਦੇ ਨੇ ਕਿ ਐ ਪਰਮਾਤਮਾ, ਜੇ ਤੂੰ ਆਖੇ ਨਾ ਵੀ ਭੁੱਖਿਆਂ ਵੀ ਮੈਨੂੰ ਦੇਵੇਂ ਵੀ ਕੁਝ ਨਾ ਖਾਣ ਵਾਸਤੇ, ਮੇਰੇ ਕੋਲ ਤੇਰੇ ਭਗਤ ਕੋਲ ਬੰਦਗੀ ਕਰਨ ਵਾਲੇ ਕੋਲ ਛਕਣ ਵਾਸਤੇ ਕੁਝ ਨਾ ਹੋਵੇ, ਫਿਰ ਤਾਂ ਭੁੱਖਿਆਂ ਭਗਤੀ ਵੀ ਨਹੀਂ ਹੋਣੀ। ਇਹ ਵਾਕਈ ਸਹੀ ਗੱਲ ਹੈ। ਜਦੋਂ ਬੰਦੇ ਨੂੰ ਭੁੱਖ ਲੱਗੀ ਹੋਵੇ ਨਾ, ਉਸ ਨੂੰ ਬਹੁਤ ਕੁਝ ਆਖੀ ਜਾਓ, ਪਰ ਉਸ ਦਾ ਧਿਆਨ ਕੇਵਲ ਪ੍ਰਸ਼ਾਦੇ ਵੱਲ ਹੋਏਗਾ, ਭੋਜਨ ਵੱਲ ਹੋਏਗਾ। ਸ਼ਾਇਦ ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਲੰਗਰ ਦੀ ਪ੍ਰਥਾ ਚਲਾਈ ਸੀ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਸ ਪ੍ਰਥਾ ਨੂੰ ਪ੍ਰਚੰਡ ਕੀਤਾ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਉੱਥੇ ਅਸੂਲ ਬੰਨ੍ਹ ਦਿੱਤਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਕਿਉਂਕਿ ਦੂਰ ਦੁਰਾਡਿਆਂ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਸਨ, ਤੇ ਮੇਨ ਮਕਸਦ ਹੁੰਦਾ ਸੀ ਸਤ ਸੰਗਤ ਕਰਨੀ। ਮੇਨ ਮਕਸਦ ਇਹ ਨਹੀਂ ਸੀ ਜੋ ਅੱਜ ਬਣ ਕੇ ਰਹਿ ਗਿਆ। ਜਦੋਂ ਆਪਾਂ ਕਿਸੇ ਸਮਾਗਮ ਦਾ ਬੋਰਡ ਪੜ੍ਹੀਏ ਨਾ, ਫਲੈਕਸ ਲੱਗੀ ਹੋਵੇ, ਤੇ ਕਈ ਇਨਸਾਨ ਤਾਂ ਉਹ ਅੱਖਰ ਲੱਭਦੇ ਹਨ ਵੀ ਇੱਥੇ ਲਿਖਿਆ ਹੈ ਕਿਤੇ ਵੀ ਗੁਰੂ ਕਾ ਲੰਗਰ ਇਹ ਹੋਏਗਾ, ਇੱਥੇ ਅਤੁੱਟ ਵਰਤੇਗਾ, ਤੇ ਅਸੀਂ ਵੀ ਮੋٹے-ਮੋٹے ਅੱਖਰਾਂ ਦੇ ਵਿੱਚ ਲਿਖਾਉਂਦੇ ਹਾਂ। ਅੱਜ ਸਾਡਾ ਮਕਸਦ ਕੀ? ਸਤ ਸੰਗਤ ਨਹੀਂ। ਕਿਤੇ ਵੀ ਦੇਖ ਲਓ, ਕੋਈ ਭੋਗ ਹੋਵੇ, ਕਿਸੇ ਸਮਾਗਮ ਤੇ ਚਲੇ ਜਾਈਏ, ਜਿਸ ਥਾਂ ਤੇ ਗੁਰੂ ਦੇ ਸ਼ਬਦ ਦੀ ਵਿਚਾਰ, ਗੁਰੂ ਕੀ ਬਾਣੀ ਦਾ ਕੀਰਤਨ ਹੋ ਰਿਹਾ ਹੋਵੇ, ਦੀਵਾਨ ਹਾਲ ਦੇ ਵਿੱਚ ਉਨੀ ਸੰਗਤ ਨਹੀਂ ਹੁੰਦੀ ਜਿੰਨੀ ਸੰਗਤ ਲੰਗਰ ਦੇ ਵਿੱਚ ਹੋਏਗੀ। ਅੱਜ ਸਾਡਾ ਮਕਸਦ ਭੋਜਨ ਰਹਿ ਗਿਆ, ਲੰਗਰ ਰਹਿ ਗਿਆ। ਉਹਨਾਂ ਸਮਿਆਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਸੋਚ ਦੇਖੋ, ਦੂਰ ਦੁਰਾਡਿਆਂ ਤੋਂ ਸੰਗਤ ਨੇ ਚੱਲ ਕੇ ਆਉਣਾ। ਇਹ ਪਤਾ ਹੁੰਦਾ ਸੀ ਵੀ ਜਿਹੜਾ ਦੂਰੋਂ ਚੱਲ ਕੇ ਆਇਆ ਹੈ, ਪੈਦਲ ਚੱਲ ਕੇ ਆਏ ਹਨ, ਇਹਨਾਂ ਨੂੰ ਭੁੱਖ ਲੱਗੀ ਹੈ। ਪਹਿਲਾਂ ਇਹਨਾਂ ਨੂੰ ਸੰਗਤ ਦੀ ਜ਼ਰੂਰਤ ਨਹੀਂ, ਪਹਿਲਾਂ ਇਹਨਾਂ ਨੂੰ ਪੰਗਤ ਦੀ ਜ਼ਰੂਰਤ ਹੈ। ਪੰਗਤ ਦੇ ਵਿੱਚ ਬੈਠ ਕਰਕੇ ਸਭ ਤੋਂ ਪਹਿਲਾਂ ਭੋਜਨ ਛਕਣ, ਆਪਣੇ ਤਨ ਦੀ ਖੁਰਾਕ ਲੈਣ ਭੋਜਨ, ਤੇ ਜਦੋਂ ਇਹ ਤਨ ਕਰਕੇ ਤ੍ਰਿਪਤ ਹੋ ਜਾਣਗੇ, ਫਿਰ ਸੰਗਤ ਵਿੱਚ ਬੈਠਣਗੇ, ਫਿਰ ਇਹ ਆਪਣੇ ਮਨ ਦੀ ਖੁਰਾਕ ਛਕਣਗੇ, ਭਜਨ। ਅੱਜ ਅਸੀਂ ਤਨ ਦੀ ਖੁਰਾਕ ਤੇ ਜ਼ੋਰ ਦਿੱਤਾ ਹੈ, ਮਨ ਦੀ ਖੁਰਾਕ ਨਹੀਂ ਸਾਨੂੰ ਮਿਲ ਰਹੀ। ਭਗਤ ਕਬੀਰ ਜੀ ਕਹਿੰਦੇ ਨੇ, ਭੁੱਖੇ ਭਗਤ ਨਾ ਕੀਜੈ। ਭੁੱਖਿਆਂ ਤੋਂ ਭਗਤੀ ਨਹੀਂ ਹੋਣੀ ਰੱਬ ਜੀ। ਯਹ ਮਾਲਾ ਆਪਣੀ ਲੀਜੈ, ਨਹੀਂ ਹੋਣੀ ਭਗਤੀ। ਹਉ ਮੰਗੋ ਸੰਤਨ ਰੇਨਾ, ਮੈਂ ਨਾਹੀ ਕਿਸੀ ਕਾ ਦੇਣਾ। ਮਾਧੋ ਕੈਸੀ ਬਣੇ ਤੁਮ ਸੰਗੇ, ਕਿਸ ਤਰ੍ਹਾਂ ਤੇਰੇ ਨਾਲ ਬਣ ਆਏਗੀ। ਤੇ ਫਿਰ ਭਗਤ ਜਿਹੜੇ ਹਨ ਨਾ, ਉਹ ਰੱਬ ਦੇ ਪੁੱਤਰ ਹੁੰਦੇ ਹਨ, ਬੱਚੇ ਹੁੰਦੇ ਹਨ। ਵੈਸੇ ਤਾਂ ਬੱਚੇ ਸਾਰੇ ਹੀ ਹਨ, ਪਰ ਫਰਕ ਇੰਨਾ ਹੈ ਵੀ ਘਰਾਂ ਦੇ ਵਿੱਚ ਤਾਂ ਸਾਡੇ ਵੀ ਬੱਚੇ ਹਨ। ਪਿਆਰਾ ਉਹ ਲੱਗਦਾ ਹੈ ਜਿਹੜਾ ਹੁਕਮ ਦੇ ਵਿੱਚ ਚੱਲੇ, ਜਿਹੜਾ ਲਾਇਕ ਹੋਵੇ। ਜਿਹੜਾ ਹੋਵੇ ਨਾ ਨਲਾਇਕ, ਮਾਂ ਪਿਓ ਕਹੇ ਕੁਝ ਤੇ ਕਰੇ ਕੁਝ, ਉਹ ਮਾਂ ਪਿਓ ਨੂੰ ਪੂਰਾ ਚੰਗਾ ਥੋੜ੍ਹੀ ਲੱਗੇਗਾ। ਚੰਗਾ ਕਿਹੜਾ, ਪਿਆਰਾ ਕਿਹੜਾ ਬੱਚਾ ਲੱਗਦਾ ਹੈ? ਜਿਹੜਾ ਲਾਇਕ ਹੋਵੇ। ਭਗਤ ਜਨ ਲਾਇਕ ਪੁੱਤਰ ਹਨ, ਲਾਇਕ ਬੱਚੇ ਹਨ ਉਸ ਪ੍ਰਮਾਤਮਾ ਦੇ। ਉਹ ਕਹਿੰਦੇ ਨੇ, ਆਪ ਨਾ ਦੇਹੋ ਤਾਂ ਲੇਵੋਂ ਮੰਗੇ। ਜੇ ਪ੍ਰਮਾਤਮਾ ਤੂੰ ਮੈਨੂੰ ਨਹੀਂ ਨਾ ਦਿੱਤਾ, ਜੇ ਮਾਂ ਪਿਓ ਤੋਂ ਕੋਈ ਚੀਜ਼ ਨਾ ਦੇ ਹੋਈ ਬੱਚੇ ਨੂੰ, ਤੇ ਉਸ ਨੂੰ ਜ਼ਰੂਰਤ ਹੈ, ਬੱਚਾ ਜ਼ਰੂਰਤ ਮਹਿਸੂਸ ਕਰ ਰਿਹਾ, ਮੈਨੂੰ ਆਹ ਚੀਜ਼ ਚਾਹੀਦੀ ਹੈ, ਮਾਂ ਪਿਓ ਤੋਂ ਮਿਲੀ ਨਹੀਂ, ਤੇ ਫਿਰ ਬੱਚਾ ਕੀ ਕਰਦਾ ਹੈ?
ਮਾਂ ਪਿਓ ਪਾਸੋਂ ਮੰਗ ਲੈਂਦਾ ਹੈ, ਕਿਉਂਕਿ ਉਹ ਆਪਣਾ ਹੱਕ ਸਮਝਦਾ ਹੈ ਵੀ ਇਹ ਮੇਰੇ ਮਾਤਾ ਪਿਤਾ ਹਨ, ਜੇ ਨਹੀਂ ਇਹਨਾਂ ਕੋਈ ਚੀਜ਼ ਦਿੱਤੀ ਮੈਂ ਮੰਗ ਕੇ ਲੈ ਲਵਾਂਗਾ। ਫਿਰ ਕਬੀਰ ਸਾਹਿਬ ਜੀ ਕਹਿੰਦੇ ਨੇ, ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੋ ਮੰਗੇ। ਜੇ ਤੂੰ ਮੈਨੂੰ ਨਹੀਂ ਦਿੱਤਾ ਮੈਂ ਤੇਰੇ ਤੋਂ ਮੰਗ ਕੇ ਲੈ ਲਵਾਂਗਾ, ਤੂੰ ਸਾਡਾ ਮਾਂ ਪਿਓ ਹੈ। ਮਾਂ ਪਿਓ ਦਾ ਜ਼ਿਕਰ ਵੀ ਕੀਤਾ ਭਗਤ ਕਬੀਰ ਜੀ ਨੇ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ, ਰਾਮ ਮਈਆ ਹਉ ਬਾਰਕ ਤੇਰਾ, ਮੈਂ ਤੇਰਾ ਪੁੱਤਰ ਹਾਂ, ਤੇਰਾ ਬੱਚਾ ਹਾਂ। ਆਪ ਨਾ ਦੇਹੋ ਤਾਂ ਲੇਵੋ ਮੰਗੇ, ਉਹਨਾਂ ਨੇ ਵੀ ਸਭ ਕੁਝ ਮੰਗਿਆ। ਇੱਥੇ ਭਗਤ ਧੰਨਾ ਜੀ ਨੇ ਵੀ ਮੰਗਿਆ ਉਸ ਪਰਮਾਤਮਾ ਪਾਸੋਂ, ਇੱਕ ਦੇ ਕੋਲੋਂ ਮੰਗਿਆ। ਇਹ ਪਤਾ ਲੱਗ ਗਿਆ ਵੀ ਸਾਰਿਆਂ ਦਾ ਪਾਲਣਹਾਰ ਇੱਕ ਹੈ, ਤੇ ਕਹਿ ਦਿੱਤਾ ਗੋਪਾਲ ਤੇਰਾ ਆਰਤਾ, ਮੈਂ ਤੇਰੇ ਦਰ ਦਾ ਮੰਗਤਾ ਹਾਂ, ਪਰ ਮਾਫ ਕਰਨਾ ਅੱਜ ਅਸੀਂ ਦਰ ਦਰ ਦੇ ਮੰਗਤੇ ਬਣੇ ਹੋਏ ਹਾਂ। ਦਰ ਦਰ ਦੇ ਮੰਗਤੇ ਬਣ ਕੇ ਵੀ ਅਸੀਂ ਬੜੇ ਦੁਖੀ ਹਾਂ। ਸਭ ਤੋਂ ਜ਼ਿਆਦਾ ਦੁਖੀ ਉਹ ਹੋਏਗਾ ਜਿਹੜਾ ਦਰ ਦਰ ਦਾ ਮੰਗਤਾ ਹੋਏਗਾ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ, ਤਿਨ ਕੇ ਕਾਜ ਸਵਾਰਤਾ, ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਮੈਨੂੰ ਸੀਧਾ ਵੀ ਚਾਹੀਦਾ ਹੈ, ਆਟਾ ਵੀ, ਦਾਲ ਵੀ, ਘਿਓ ਵੀ, ਪਰ ਚਾਹੀਦਾ ਮੈਨੂੰ ਉਹ ਹੈ ਜਿਸ ਨੂੰ ਛਕ ਕੇ ਮੇਰਾ ਮਨ ਟਿਕੇ। ਇਹ ਨਾ ਹੋਵੇ ਵੀ ਮੇਰਾ ਟਿਕਿਆ ਹੋਇਆ ਮਨ ਹੀ ਖਿੰਡ ਜਾਏ। ਹਮਰਾ ਖੁਸ਼ੀ ਕਰੈ ਨਿਤ ਜੀਓ। ਪਨੀਆਂ ਸ਼ਾਦਨ ਨੀਕਾ, ਪਨੀਆਂ ਕਹਿ ਲਈਏ ਪੈਰਾਂ ਦੇ ਜੋੜੇ ਨੂੰ। ਰੱਬ ਦੇ ਭਗਤ ਨੇ ਆਖਿਆ ਵੀ ਪ੍ਰਮਾਤਮਾ ਤੂੰ ਸਾਡਾ ਮਾਂ ਪਿਓ ਹੈ, ਜੇ ਤੇਰੇ ਭਗਤ ਨੂੰ, ਤੇਰੇ ਬੱਚੇ ਨੂੰ ਜ਼ਰੂਰਤ ਹੋਏਗੀ ਨਾ ਜੋੜੇ ਦੀ, ਮੈਂ ਜੋੜਾ ਵੀ ਤੇਰੇ ਕੋਲੋਂ ਹੀ ਮੰਗਾਂਗਾ। ਪਨੀਆਂ ਸ਼ਾਦਨ ਪਹਿਨਣ ਵਾਲਾ ਕੱਪੜਾ, ਨੀਕਾ, ਨੀਕਾ ਤੋਂ ਭਾਵ ਸੋਹਣਾ ਸੁੰਦਰ ਚਾਹੀਦਾ ਹੈ। ਹੋਵੇ ਤੇਰਾ ਭਗਤ, ਪੈਰਾਂ ਦੇ ਵਿੱਚ ਟੁੱਟੀ ਜੁੱਤੀ ਹੋਵੇ। ਕਈ ਵਾਰੀ ਭਾਰਤ ਦੇ ਅੰਦਰ ਆਪਾਂ ਨੂੰ ਦੇਖਣ ਨੂੰ ਮਿਲੇਗਾ ਵੀ ਅਕਸਰ ਉਹਨਾਂ ਨੂੰ ਬ੍ਰਹਮ ਗਿਆਨੀ ਮੰਨਿਆ ਗਿਆ ਵੀ ਜਿਨ੍ਹਾਂ ਨੇ ਆਪਣੇ ਤਨ ਦੇ ਉੱਤੇ ਪਾਟੇ ਕੱਪੜੇ ਪਾਏ ਹੋਣ, ਜਾਂ ਜਿਨ੍ਹਾਂ ਨੇ ਆਪਣੇ ਸਿਰ ਦੇ ਵਿੱਚ ਸਵਾਹ ਪਾਈ ਹੋਵੇ, ਜਾਂ ਜਿਨ੍ਹਾਂ ਨੇ ਇਸ ਤਰੀਕੇ ਦਾ ਵੇਸ ਬਣਾਇਆ ਹੋਵੇ। ਭਗਤ ਜੀ ਕਹਿੰਦੇ ਨੇ ਨਹੀਂ, ਮੈਨੂੰ ਉਹੋ ਜਿਹਾ ਵੇਸ ਨਹੀਂ ਚਾਹੀਦਾ, ਮੈਨੂੰ ਤਾਂ ਚਾਹੀਦਾ ਹੈ ਵੇਸ, ਮੈਨੂੰ ਜੋੜਾ ਵੀ ਚੰਗਾ ਚਾਹੀਦਾ ਹੈ, ਮੈਨੂੰ ਕੱਪੜਾ ਵੀ ਤਨ ਤੇ ਪਹਿਨਣ ਵਾਸਤੇ ਚੰਗਾ ਚਾਹੀਦਾ ਹੈ, ਸੋਹਣਾ ਚਾਹੀਦਾ ਹੈ। ਪਨੀਆਂ ਸ਼ਾਦਨ ਨੀਕਾ, ਅਨਾਜ ਮੰਗੋ ਸਤ ਸੀਕਾ। ਅਨਾਜ ਦਾਣੇ ਵੀ ਮੈਨੂੰ ਚਾਹੀਦੇ ਹਨ, ਉਹ ਵੀ ਕਿਹੜੇ ਦਾਣੇ? ਸਤ ਸੀਕਾ। ਜਿਹੜੇ ਖੇਤੀਬਾੜੀ ਕਰਦੇ ਹਨ ਨਾ ਜ਼ਿਮੀਂਦਾਰ ਵੀਰ, ਉਹਨਾਂ ਨੂੰ ਪਤਾ ਹੋਏਗਾ ਵੀ ਜ਼ਮੀਨ ਨੂੰ ਜਿੰਨਾ ਜ਼ਿਆਦਾ ਵਾਹਿਆ ਜਾਵੇ ਉਸ ਦੇ ਵਿੱਚ ਬੀਜਿਆ ਹੋਇਆ ਅੰਨ ਵੀ ਉਹੋ ਜਿਹਾ ਹੀ ਹੁੰਦਾ ਹੈ। ਇੱਕ ਛੋਟੀ ਜੀ ਗੱਲ ਆਪ ਜੀ ਦੇ ਨਾਲ ਸਾਂਝੀ ਕਰਾਂਗਾ। ਕਹਿੰਦੇ ਨੇ ਇੱਕ ਵਾਰੀ ਨਾ ਇੱਕ ਜ਼ਿਮੀਂਦਾਰ ਕਿਰਸਾਨ ਸੀ, ਤੇ ਉਸਨੇ ਆਪਣੇ ਬੱਚਿਆਂ ਨੂੰ ਆਖਿਆ ਵੀ ਤੁਸੀਂ ਆ ਕਣਕ ਬੀਜਣੀ ਹੈ ਤੇ ਇਸ ਤਰ੍ਹਾਂ ਵਾਹੁਣੀ ਹੈ ਜ਼ਮੀਨ, ਤੇ ਉਹ ਕਣਕ ਬੀਜੋ। ਉਹਨਾਂ ਬੱਚਿਆਂ ਨੇ ਪਿਤਾ ਦੀ ਗੱਲ ਨੂੰ ਪੂਰਨ ਤੌਰ ਤੇ ਨਾ ਸੁਣਿਆ, ਬਸ ਜਿਹੋ ਜੀ ਆਈ ਵਾਹ ਕੇ ਜ਼ਮੀਨ ਦੇ ਵਿੱਚ ਛੱਟਾ ਦਿੱਤਾ ਤੇ ਕਣਕ ਬੀਜੀ। ਕਹਿੰਦੇ ਨੇ ਜਦੋਂ ਕਣਕ ਦੇ ਦਾਣੇ ਘਰ ਆਏ, ਆਟਾ ਉਸ ਦਾ ਬਣਿਆ, ਤਿਆਰ ਹੋਇਆ, ਘਰ ਵਾਲੀ ਨੇ, ਉਸ ਕਿਰਸਾਨ ਦੀ ਘਰ ਵਾਲੀ ਨੇ ਆਟਾ ਗੁੰਨਿਆ। ਜਦੋਂ ਉਹ ਆਟਾ ਗੁੰਨ ਕੇ ਪ੍ਰਾਂਤ ਵਿੱਚ ਪਾ ਕੇ ਰੱਖਿਆ, ਉਹਨਾਂ ਸਮਿਆਂ ਦੇ ਵਿੱਚ ਖੁੱਲੇ ਵਿਹੜੇ ਹੁੰਦੇ ਸਨ। ਇੱਕ ਕਾਂ ਆਇਆ ਉੱਡ ਕੇ, ਉਸ ਕਾਂ ਨੇ ਚੁੰਝ ਭਰੀ ਉਸ ਆਟੇ ਦੇ ਵਿੱਚੋਂ ਤੇ ਕਾਫੀ ਆਟਾ ਚੁੱਕ ਕੇ ਤੇ ਲੈ ਗਿਆ। ਪਿਤਾ ਕਹਿਣ ਲੱਗਾ ਬੱਚਿਆਂ ਨੂੰ ਵੀ ਤੁਸੀਂ ਜ਼ਮੀਨ ਚੰਗੀ ਤਰ੍ਹਾਂ ਨਹੀਂ ਵਾਹੀ, ਚੰਗੀ ਤਰ੍ਹਾਂ ਸੁਚੱਜੇ ਢੰਗ ਦੇ ਨਾਲ ਖੇਤੀ ਨਹੀਂ ਕੀਤੀ। ਉਹ ਆਖਣ ਲੱਗੇ ਵੀ ਨਹੀਂ ਪਿਤਾ ਜੀ, ਅਸੀਂ ਸਾਰਾ ਕੁਝ ਸਹੀ ਕੀਤਾ। ਕਹਿਣ ਲੱਗਾ ਇਸ ਵਾਰ
ਕਣਕ ਮੈਂ ਬੀਜਾਂਗਾ। ਉਸਨੇ ਜ਼ਮੀਨ ਨੂੰ ਆਪਣੇ ਢੰਗ ਦੇ ਨਾਲ ਬਹੁਤ ਵਾਰੀ ਵਾਹਿਆ, ਜ਼ਮੀਨ ਦੀ ਮਿੱਟੀ ਨੂੰ ਪੋਲਾ ਕੀਤਾ। ਉਸਨੇ ਜਦੋਂ ਕਣਕ ਬੀਜੀ, ਕਹਿੰਦੇ ਨੇ ਜਦੋਂ ਉਹ ਤਿਆਰ ਹੋ ਕੇ ਦਾਣੇ ਬਣੇ, ਉਹ ਦਾਣੇ ਘਰ ਆਏ, ਆਟਾ ਗੁੰਦਿਆ, ਉਸ ਦੀ ਘਰ ਵਾਲੀ ਨੇ ਆਟੇ ਵਾਲੀ ਪਰਾਤ ਉਹ ਉਸੇ ਤਰ੍ਹਾਂ ਹੀ ਚੌਂਕੇ ਦੇ ਵਿੱਚ ਰੱਖੀ। ਕਹਿੰਦੇ ਨੇ ਕਾਂ ਆਇਆ ਉੱਡਦਾ ਹੋਇਆ, ਉਸਨੇ ਚੁੰਝ ਭਰ ਤਾਂ ਲਈ ਆਟੇ ਦੀ, ਪਰ ਉਸੇ ਦੇ ਵਿੱਚ ਹੀ ਫਸ ਗਿਆ। ਕਿਉਂ? ਕਿਉਂਕਿ ਉਸ ਆਟੇ ਦੇ ਵਿੱਚ ਤਾਕਤ ਬੜੀ ਜ਼ਿਆਦੀ ਸੀ। ਭਗਤ ਜੀ ਕਹਿੰਦੇ ਨੇ ਪਰਮਾਤਮਾ ਮੈਨੂੰ ਆਟਾ, ਮੈਨੂੰ ਅਨਾਜ ਵੀ ਚਾਹੀਦਾ ਹੈ। ਅਨਾਜ ਉਹ ਚਾਹੀਦਾ ਹੈ ਜਿਹੜੀ ਚੰਗੀ ਉਪਜਾਊ ਜ਼ਮੀਨ ਦੇ ਵਿੱਚ ਉਗਿਆ ਹੋਵੇ, 7 ਸੀਆਂ ਵਾਲੀ, ਭਾਵ 7 ਵਾਰ ਵਾਹੀ ਹੋਈ ਪੈਲੀ ਵਾਲਾ ਅਨਾਜ ਮੈਨੂੰ ਚਾਹੀਦਾ ਹੈ। ਐਸਾ ਤਾਕਤ ਵਾਲਾ ਅਨਾਜ ਮੈਂ ਖਾਵਾਂਗਾ, ਸਰੀਰ ਵਿੱਚ ਤਾਕਤ ਆਏਗੀ, ਤੇਰੀ ਹੋਰ ਬੰਦਗੀ ਕਰਾਂਗਾ। ਅੱਜ ਸਾਨੂੰ ਜੋ ਕੁਝ ਖਾਣ ਨੂੰ ਮਿਲ ਰਿਹਾ ਹੈ ਨਾ, ਸਾਰਾ ਕੁਝ ਮਿਲਾਵਟੀ, ਤੇ ਸ਼ਾਇਦ ਸਾਡਾ ਮਨ ਵੀ ਤਾਂ ਹੀ ਨਹੀਂ ਟਿਕਦਾ, ਸਾਡੇ ਸਰੀਰਾਂ 'ਚੋਂ ਤਾਕਤ ਹੀ ਨਹੀਂ ਰਹੀ। ਅਸੀਂ 10 ਮਿੰਟ ਵੀ ਚੌਂਕੜਾ ਮਾਰ ਕੇ ਇੱਕੋ ਚੌਂਕੜੇ ਵਿੱਚ ਟਿਕ ਕੇ ਨਹੀਂ ਬੈਠ ਸਕਦੇ। ਤੇ ਉਹ ਧੰਨ ਸਨ ਗੁਰਸਿੱਖ ਜਿਨ੍ਹਾਂ ਨੇ ਕਈ ਘੰਟਿਆਂ ਦੇ ਵਿੱਚ ਚੌਂਕੜਾ ਮਾਰ ਕੇ ਬਾਣੀ ਲਿਖੀ, ਕਈ ਘੰਟੇ ਬੱਧੀ ਇੱਕ ਚੌਂਕੜੇ ਵਿੱਚ। ਫਿਰ ਉਹਨਾਂ ਦੇ ਵਿੱਚ ਸਾਡੇ ਵਿੱਚ ਫਰਕ ਹੈ। ਭਗਤ ਜੀ ਕਹਿੰਦੇ ਨੇ ਅਨਾਜ ਮੰਗੋ 7 ਸੀਕਾ, ਗਊ ਭੈਂਸ ਮੰਗੋ ਲਾਵੇਰੀ। ਮੈਨੂੰ ਗਊ ਵੀ ਚਾਹੀਦੀ ਹੈ, ਮੈਨੂੰ ਮੱਝ ਵੀ ਚਾਹੀਦੀ ਹੈ, ਪਰ ਉਹ ਨਹੀਂ ਚਾਹੀਦੀ ਜਿਹੜੀ ਦੁੱਧ ਹੀ ਨਾ ਦਿੰਦੀ ਹੋਵੇ, ਲਵੇਰੀ ਚਾਹੀਦੀ ਹੈ, ਚੰਗਾ ਦੁੱਧ ਦੇਣ ਵਾਲੀ। ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਤਾਜਨ ਤੁਰੀ, ਤੁਰੀ ਕਹਿੰਦੇ ਨੇ ਘੋੜੀ ਨੂੰ, ਇੱਥੇ ਤਾਜਨ ਤੁਰੀ ਦਾ ਵਿਦਵਾਨ ਸੱਜਣਾ ਨੇ ਅਰਥ ਕੀਤਾ ਹੈ ਅਰਬੀ ਘੋੜੀ, ਕਿ ਮੈਨੂੰ ਅਸਵਾਰੀ ਵੀ ਤਾਂ ਚਾਹੀਦੀ ਹੈ ਨਾ, ਤੇਰਾ ਭਗਤ ਹੋਵੇ ਤੇ ਉਹ ਕਿਸ ਤਰ੍ਹਾਂ ਜਾਏਗਾ ਕਿਸੇ ਪਾਸੇ। ਇੱਕ ਘੋੜੀ ਅਰਬੀ ਦੇ, ਘਰ ਕੀ ਗੀਹਨ ਚੰਗੀ। ਫਿਰ ਪ੍ਰਮਾਤਮਾ ਮੇਰੀ ਬੇਨਤੀ ਹੈ ਮੈਨੂੰ ਘਰ ਵਾਲੀ ਵੀ ਚੰਗੀ ਮਿਲਣੀ ਚਾਹੀਦੀ। ਚੰਗੀ ਤੋਂ ਭਾਵ ਸਮਝਦਾਰ, ਵਿਚਾਰਵਾਨ, ਮਿਲ ਕੇ ਰਹਿਣ ਵਾਲੀ। ਇਹੋ ਜੀ ਚੰਗੀ ਸਿਆਣੀ ਘਰ ਵਾਲੀ ਵੀ ਚਾਹੀਦੀ ਹੈ। ਜਨ ਧੰਨਾ ਲੇਵੈ ਮੰਗੀ, ਤੇਰਾ ਭਗਤ ਧੰਨਾ ਪਰਮਾਤਮਾ ਐ ਦਾਤਾ ਜੀ, ਤੇਰੇ ਪਾਸੋਂ ਇਹ ਕੁਝ ਮੰਗਦਾ ਹੈ। ਅੱਜ ਸਾਨੂੰ ਵੀ ਕਿਤੇ ਸਮਝ ਆ ਜਾਏ, ਅਸੀਂ ਜਦੋਂ ਵੀ ਮੰਗਾਂਗੇ ਉਹ ਚੀਜ਼ਾਂ ਮੰਗਾਂਗੇ ਜਿਹੜੀਆਂ ਸਾਡੇ ਵੱਡੇ ਵੀ ਮੰਗਦੇ ਚਲੇ ਗਏ। ਉਹਨਾਂ ਨੇ ਤਾਂ ਮੰਗਿਆ ਸੀ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਜੇ ਭਿਖਾਰੀ ਬਣ ਕੇ ਕੁਝ ਮੰਗਣ ਲੱਗੇ ਨਾ ਤਾਂ ਇਉਂ ਮੰਗੀ, ਇਹ ਬੇਨਤੀ ਕਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ, ਦਾਤਾ ਜੀ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਇਆਲ, ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਆਪਾਂ ਨਾਮ ਦੀ ਦਾਤ ਮੰਗੀਏ ਉਸ ਪਰਮਾਤਮਾ ਦੇ ਪਾਸੋਂ। ਅੱਜ ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਹਾੜਾ ਹੋਣ ਕਰਕੇ ਆਪਾਂ ਵਿਚਾਰ ਵੀ ਭਗਤ ਧੰਨਾ ਜੀ ਦੇ ਜੀਵਨ ਦੀ, ਉਹਨਾਂ ਦੇ ਪਾਵਨ ਅੰਮ੍ਰਿਤ ਬਾਣੀ, ਉਹਨਾਂ ਦੇ ਬਚਨਾਂ ਦੀ, ਉਹਨਾਂ ਦੇ ਸ਼ਬਦਾਂ ਦੀ ਵਿਚਾਰ ਨੂੰ ਇਸ ਵਾਸਤੇ ਮੁੱਖ ਰੱਖਿਆ। ਸੋ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਜੇ ਬੱਚੇ ਸਮਝ ਕੇ ਮੁਆਫ ਕਰ ਦੇਣਾ। ਅੱਗੋਂ ਵਾਸਤੇ ਸਤਿਗੁਰਾਂ ਦੇ ਚਰਨਾਂ 'ਚ ਇਹੋ ਬੇਨਤੀ ਕਰਨੀ ਦਾਸ ਵੱਲੋਂ, ਸਤਿਗੁਰੂ ਜੀ ਹੋਰ ਸਮਤ ਬਖਸ਼ਣ, ਆਪਣੀ ਅੰਮ੍ਰਿਤ ਬਾਣੀ ਦੀ ਹੋਰ ਸੋਝੀ ਬਖਸ਼ਿਸ਼ ਕਰਨ। ਸੋ ਇੰਨੀ ਕੁ ਦਾਸ ਦੀ ਹਾਜ਼ਰੀ ਆਪ ਜੀ ਪ੍ਰਵਾਨ ਕਰਨੀ ਜੀ। ਆਓ ਹੁਣ ਸਾਡੇ ਬਹੁਤ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ, ਗੁਰਦੁਆਰਾ 6ਵੀਂ ਪਾਤਸ਼ਾਹੀ